ਹੈਲੋ ਸਟੂਡੈਂਟਸ, ਹੋਪ ਤੁਹਾਡੀ ਜਿਹੜੀ ਤਿਆਰੀ ਹੈ ਉਹ ਬਹੁਤ ਵਧੀਆ ਚੱਲ ਰਹੀ ਹੋਊਗੀ। ਜਿੱਦਾਂ ਕਿ ਸਾਨੂੰ ਪਤਾ ਹੈ ਕਿ ਪੰਜਾਬ ਪੁਲਿਸ ਕਾਂਸਟੇਬਲ ਦੀਆਂ ਇਸ ਵਾਰ 3400 ਵੈਕੈਂਸੀਆਂ ਆਣੀਆਂ ਵਾ, 1800 ਵੈਕੈਂਸੀ ਨਹੀਂ ਹੈ। ਸੋ ਇਹ ਅੱਜ ਤੱਕ ਦੀ ਕਾਂਸਟੇਬਲ ਦੀ ਅਗਰ ਮੈਂ ਗੱਲ ਕਰਾਂ, ਜੋ ਕਿ ਹਰ ਸਾਲ 1800 ਵੈਕੈਂਸੀਆਂ ਆਉਂਦੀਆਂ, ਸਭ ਤੋਂ ਵੱਡੀ ਭਰਤੀ ਰਹੂਗੀ। ਹੋ ਸਕਦਾ ਹੈ ਇਸ ਤੋਂ ਬਾਅਦ ਦੁਬਾਰਾ ਵੈਕੈਂਸੀਆਂ ਜਲਦੀ ਦੇਖਣ ਨੂੰ ਨਾ ਮਿਲਣ, ਕਿਉਂਕਿ ਉਸ ਤੋਂ ਅਗਲੇ ਸਾਲ ਇਲੈਕਸ਼ਨਸ ਹੈ ਸਾਡੇ ਪੰਜਾਬ ਦੇ ਵਿੱਚ। ਸੋ ਇਸ ਮੌਕੇ ਨੂੰ ਤੁਸੀਂ ਹੱਥੋਂ ਨਾ ਗਵਾਓ। ਅਗਰ ਤੁਸੀਂ 2026 ਕਾਂਸਟੇਬਲ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਲਦ ਹੀ ਆਪਣੀ ਤਿਆਰੀ ਜੋ ਹੈ ਉਹ ਸਟਾਰਟ ਕਰ ਦਿਓ, ਕਿਉਂਕਿ ਬਾਅਦ ਚੋਂ ਅਖੀਰ ਦੇ ਵਿੱਚ 1-2-3 ਮਹੀਨੇ ਤਿਆਰੀ ਕਰਕੇ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜਾ ਕੰਪੀਟੀਸ਼ਨ ਹੈ, ਤੁਹਾਡੇ ਨਾਲ ਦੇ ਜਿਹੜੇ ਬੱਚੇ ਪੜ੍ਹ ਰਹੇ ਆ ਉਹ ਸਾਲ-ਸਾਲ 2-2 ਸਾਲ ਤੋਂ ਪੜ੍ਹ ਰਹੇ ਆ। ਸੋ ਤੁਹਾਨੂੰ ਵੀ ਘੱਟੋ ਘੱਟ 5-6 ਮਹੀਨੇ ਦਾ ਜਿਹੜਾ ਕੋਰਸ ਹੈ ਉਹ ਕਰਨਾ ਪਊਗਾ, ਜਿਹਦੇ ਲਈ ਕਿ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ ਹਰ ਮੰਡੇ ਆਪਣੇ ਨਿਊ ਬੈਚ ਸਟਾਰਟ ਕਰ ਰਿਹਾ ਵਾ। ਤੁਸੀਂ ਵਿਜ਼ਿਟ ਕਰ ਸਕਦੇ ਹੋ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ, ਜੋ ਕਿ ਆਪੋਜ਼ਿਟ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਮ੍ਰਿਤਸਰ ਦੇ ਵਿੱਚ। ਅਸੀਂ ਇਸ ਵੀਡੀਓਜ਼ ਦੇ ਵਿੱਚ ਸੀਰੀਜ਼ ਸਟਾਰਟ ਕੀਤੀ ਹੋਈ ਹੈ ਕਿ 2025 ਦੇ ਵਿੱਚ ਜਿੰਨੇ ਵੀ ਸੈੱਟ ਆਏ ਆ ਉਹਨਾਂ ਦੇ ਵਿੱਚ ਮੈਥਸ ਜੋ ਆਈ ਹੈ ਉਹਨੂੰ ਆਪਾਂ ਡਿਸਕਸ ਕਰ ਰਹੇ ਹਾਂ ਕਿ ਕੀ ਚੀਜ਼ ਪੁੱਛੀ ਗਈ ਹੈ। ਸੋ ਅਸੀਂ ਦੇਖਿਆ ਸੀ ਜੋ 24 ਚ ਮੈਥਸ ਆਇਆ ਸੀਗਾ, ਉਹ ਚ ਬਹੁਤ ਸਾਰੇ ਕੁਐਸਚਨ ਜਿਹੜੇ ਆ ਟਾਈਪਸ ਆ 25 ਦੇ ਵਿੱਚ ਰਿਪੀਟ ਹੋ ਗਏ, ਤੇ ਅਸੀਂ ਹੋਪ ਕਰ ਰਹੇ ਹਾਂ ਕਿ 25 ਵਾਲੇ ਹੀ ਅੱਗੇ ਜਾ ਕੇ 26 ਚ ਦੁਬਾਰਾ ਰਿਪੀਟ ਹੋਣਗੇ। ਕਿਉਂਕਿ ਮੋਸਟਲੀ ਪੇਪਰ ਤੁਸੀਂ ਕੋਈ ਵੀ ਦੇਖੋ, ਚਾਹੇ ਉਹ ਪੰਜਾਬ ਦਾ ਹੈ, ਐਸਐਸਸੀ ਹੈ, ਬੈਂਕਿੰਗ ਹੈ, ਉਹ ਆਪਣਾ ਪੈਟਰਨ ਜੋ ਹੈ ਉਹ ਬਹੁਤ ਜ਼ਿਆਦਾ ਚੇਂਜ ਨਹੀਂ ਕਰਦੀ। ਕੁਐਸਚਨ ਦੀਆਂ ਟਾਈਪਸ ਬਹੁਤ ਜ਼ਿਆਦਾ ਚੇਂਜ ਨਹੀਂ ਕਰਦੀ, ਬਸ ਜੋ ਲੈਵਲ ਹੈ ਉਹ ਅਪ ਡਾਊਨ ਹੁੰਦਾ ਰਹਿੰਦਾ ਵਾ। ਸੋ ਅਸੀਂ ਦੇਖਿਆ ਸੀ 24 ਜਿਹੜੇ ਕੁਐਸਚਨ ਆਏ ਸੀਗੇ ਅਸੀਂ ਸਾਰੇ ਕਲਾਸ 'ਚ ਕੀਤੇ ਸੀਗੇ, 25 ਐਸ ਸੱਚ ਕੁਐਸਚਨ ਆ ਗਏ, ਜਿਹਦੇ ਕਰਕੇ ਸਾਡੇ ਕਈ ਸਟੂਡੈਂਟਸ ਹੈ ਜਿਨ੍ਹਾਂ ਦੇ ਮਾਰਕਸ 83 84 85 ਤੱਕ ਵੀ ਆਏ ਆ 100 ਦੇ ਵਿੱਚੋਂ। ਸੋ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਸੀਰੀਜ਼। ਮੈਥਸ ਦੀ ਸੈਟ ਨੰਬਰ 5 ਹੈ, ਜੋ ਕਿ ਹੋਇਆ ਸੀਗਾ 3 ਜੂਨ ਨੂੰ 9 ਤੋਂ 12 ਵਜੇ ਵਾਲੀ ਸ਼ਿਫਟ। ਠੀਕ ਹੈ ਜੀ। ਸੋ ਪਹਿਲੇ ਕੁਐਸਚਨ ਨੂੰ ਆਪਾਂ ਦੇਖਦੇ ਹਾਂ। ਅਗੇਨ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਅਗਰ ਮੈਂ ਪੂਰਾ ਪੇਪਰ ਨਾਰਮਲ ਸਟੂਡੈਂਟ ਦੇ ਪੁਆਇੰਟ ਆਫ ਵਿਊ ਨਾਲ ਦੇਖਾਂ ਤਾਂ 18 ਕੁਐਸਚਨ ਕਿਤੇ ਨਹੀਂ ਗਏ 20 ਦੇ ਵਿੱਚੋਂ। ਬਾਕੀ 2 ਕੁਐਸਚਨ ਵੀ ਅਗਰ ਤੁਸੀਂ ਪ੍ਰੈਕਟਿਸ ਕੀਤੀ ਹੋਈ ਹੈ, ਤੁਹਾਡੀ ਕੈਲਕੂਲੇਸ਼ਨ ਥੋੜੀ ਠੀਕ ਹੈ, ਤੁਸੀਂ ਕਰ ਸਕਦੇ ਹੋ। ਬਾਕੀ 18 ਕੁਐਸਚਨ ਬਹੁਤ ਹੀ ਜ਼ਿਆਦਾ ਈਜ਼ੀ ਹੈ। ਸਟਾਰਟ ਕਰਦੇ ਹਾਂ ਈਜ਼ੀ ਕੁਐਸਚਨਸ ਤੋਂ। ਸੋ ਪਹਿਲਾ ਕੁਐਸਚਨ ਸਿੰਪਲੀਫਿਕੇਸ਼ਨ ਦਾ ਹੈ। ਉਹ ਕਹਿ ਰਹੇ ਇਹਨੂੰ ਸੋਲਵ ਕਰੋ, ਸਿੰਪਲੀਫਾਈ ਕਰੋ। 4 ਤੇ 5 ਕਿੰਨੇ ਹੁੰਦੇ? 9। 9 ਚੋਂ 9 ਗਏ, ਸਾਡੇ ਕੋਲ ਕੀ ਆ ਜਾਊਗਾ? 0। ਇੱਥੇ ਕੀ ਬਚ ਗਿਆ? 4। ਸੋ ਇਹ ਬ੍ਰੈਕਟ ਓਪਨ ਹੋਊਗੀ, 23 ਦੇ ਵਿੱਚੋਂ 4 ਗਏ ਤੇ ਬਚੇ ਸਾਡੇ ਕੋਲ ਕਿੰਨੇ? 19। ਸੋ ਸਾਡਾ ਆਨਸਰ ਕੀ ਹੋਊਗਾ? 19। ਠੀਕ ਹੈ, ਬੜਾ ਸਿੰਪਲ ਕੁਐਸਚਨ, 10 ਸੈਕਿੰਡ ਦੇ ਵਿੱਚ ਤੁਸੀਂ ਨਿਕਾਲ ਸਕਦੇ ਹੋ ਇਹਦਾ ਆਨਸਰ। ਸੈਕਿੰਡ ਕੁਐਸਚਨ ਕਰਦੇ ਹਾਂ। ਦੇਖੋ ਇੱਕੋ ਹੀ ਸੀਰੀਜ਼ ਦੇ ਸੈੱਟ ਦੇ ਵਿੱਚ ਸਾਰੇ ਕੁਐਸਚਨਸ ਆਏ ਹੋਏ ਆ। ਉਹ ਕਹਿ ਰਿਹਾ ਕਿ 1/7 ਦੀ ਪਾਵਰ -2। ਇਹ ਕੁਐਸਚਨ 2024 ਚ ਵੀ ਆਏ ਸੀਗੇ, ਬੜਾ ਈਜ਼ੀ ਹੈ। ਅਗਰ ਇੱਥੇ -2 ਦਿੱਤਾ ਹੋਵੇ, ਪਾਵਰ ਨੈਗੇਟਿਵ ਦਿੱਤੀ ਹੋਵੇ ਇੰਡੈਕਸ ਲॉज ਦੇ ਹਿਸਾਬ ਨਾਲ, ਅਗਰ ਮੈਨੂੰ ਪੋਜ਼ਿਟਿਵ ਕਰਨਾ ਹੈ, ਮੰਨ ਲਓ 2 ਕਰਨਾ ਹੈ, ਤਾਂ ਮੈਨੂੰ 1/7 ਨੂੰ ਇਨਵਰਸ ਕਰਕੇ ਲਿਖਣਾ ਹੋਊਗਾ, ਜਾਂ ਮੈਂ ਕਹੂੰਗਾ ਉਲਟਾ ਕੇ ਲਿਖਣਾ ਹੈ। ਤਾਂ 1/7 ਨੂੰ ਆਪਾਂ ਕੀ ਲਿਖਾਂਗੇ? 7/1, ਜਿਹਦਾ ਮਤਲਬ ਕੀ ਹੁੰਦਾ ਵਾ? 7। ਜਿਹਦਾ ਮਤਲਬ ਕੀ ਹੁੰਦਾ ਵਾ? 7। ਠੀਕ ਹੈ, ਇਹਦਾ ਮਤਲਬ ਕੀ ਹੈ ਕਿ 1/7 ਨੂੰ ਜਦੋਂ ਉਲਟਾ ਕੇ ਲਿਖਿਆ ਬਚਿਆ ਕਿੰਨਾ? 7। ਇਹਦਾ ਮਤਲਬ 7 ਦੀ ਪਾਵਰ 2 ਪੁੱਛੀ ਗਈ ਹੈ। ਕੀ ਪੁੱਛਿਆ ਗਿਆ ਵਾ? 7 ਦੀ ਪਾਵਰ 2। ਪਲੱਸ ਇੱਥੇ ਵੀ ਇਦਾਂ -2 ਹੈ, ਇਹਨੂੰ ਪਲੱਸ ਕਰਨਾ ਵਾ, ਤੈਨੂੰ ਉਲਟਾ ਦਾਂਗੇ, ਇੱਥੇ ਕਿੰਨਾ ਆ ਜਾਊਗਾ? 5 ਦਾ ਸਕੁਅਰ। ਪਲੱਸ ਸੇਮ ਹੀ ਚੀਜ਼ ਇੱਥੇ ਹੈ, ਇੱਥੇ ਆ ਗਿਆ 9 ਦਾ ਸਕੁਅਰ। 7 ਦਾ ਸਕੁਅਰ ਹੁੰਦਾ ਵਾ 49, 5 ਦਾ ਸਕੁਅਰ ਹੁੰਦਾ ਵਾ 25, 9 ਦਾ ਸਕੁਅਰ ਹੁੰਦਾ ਵਾ 81। ਤੁਸੀਂ ਧਿਆਨ ਨਾਲ ਦੇਖੋ, ਅਸੀਂ ਕੀ ਕਰਦੇ ਹਾਂ, ਪਲੱਸ ਕਰਨ ਤੋਂ ਪਹਿਲਾਂ ਇੱਕ ਵਾਰ ਅਸੀਂ ਕੀ ਕਰਦੇ ਹਾਂ, ਯੂਨਿਟ ਡਿਜਿਟ ਚੈੱਕ ਕਰ ਲੈਂਦੇ ਹਾਂ। ਜਿੱਦਾਂ ਕਿ ਇਹ 9 ਦੇ ਵਿੱਚ ਅਗਰ ਮੈਂ 1 ਐਡ ਕਰੂੰਗਾ ਤਾਂ 10 ਹੋ ਜਾਊਗਾ, 10 1 ਐਡ ਕਰਾਂਗੇ ਤਾਂ 15, ਜਾਂ ਮੈਂ ਕਹੂੰਗਾ ਯੂਨਿਟ ਡਿਜਿਟ 'ਚ 5 ਹੋਣਾ ਚਾਹੀਦਾ ਵਾ। ਯੂਨਿਟ ਡਿਜਿਟ ਦੇ ਵਿੱਚ 5 ਸਿਰਫ ਇੱਕੋ ਆਪਸ਼ਨ 'ਚ ਹੈ। ਤੁਸੀਂ ਇਹਨਾਂ ਨੂੰ ਪਲੱਸ ਕਰੋਗੇ ਤਾਂ ਤੁਹਾਡੇ ਕੋਲ 155 ਹੀ ਆਨਸਰ ਬਣੂਗਾ। ਠੀਕ ਹੈ ਜੀ, ਸਮਝ ਗਏ? ਸੋ ਹਰ ਵਾਰ ਪੇਪਰ ਪੂਰਾ ਸੋਲਵ ਨਹੀਂ ਕਰਨਾ ਹੁੰਦਾ, ਕਈ ਵਾਰ ਸਾਨੂੰ ਯੂਨਿਟ ਡਿਜਿਟ, ਡਿਜੀਟਲ ਸਮ ਕੁਐਸਚਨ ਖੁਦ ਹੀ ਦੱਸ ਦਿੰਦਾ ਵਾ ਕਿ ਸਾਡਾ ਮੇਰਾ ਆਨਸਰ ਕੀ ਹੈਗਾ ਵਾ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਹੁਣ ਜਿੱਦਾਂ ਇਹ ਕੁਐਸਚਨ ਹੈ, ਇਹਦੇ ਵਿੱਚ ਤੁਹਾਨੂੰ, ਹਾਲਾਂਕਿ ਇਹ ਕੁਐਸਚਨ 2024 ਚ ਰਿਪੀਟ ਹੋਇਆ ਸੀਗਾ, ਡੈਸੀਮਲਸ ਨੂੰ ਫ੍ਰੈਕਸ਼ਨ ਚ ਕਿਦਾਂ ਲਿਖੀਦਾ ਵਾ, ਪੂਰਾ ਕਨਸੈਪਟ ਕਲਾਸ ਕਰਾਈਦਾ ਵਾ। ਪਰ ਕਈ ਵਾਰ ਸਾਨੂੰ ਦਿਮਾਗ ਖੋਲ ਕੇ ਦੇਖਣਾ ਕੁਐਸਚਨ ਕੀ ਕਹਿ ਰਿਹਾ ਵਾ। ਕੁਐਸਚਨ ਦੇ ਵਿੱਚ ਜੋ ਵੀ ਵੈਲਿਊ ਹੈ ਉਹ ਕਿੰਨੀ ਹੈ? 1 ਪੁਆਇੰਟ ਸਮਥਿੰਗ ਹੈ। ਕੀ ਹੈਗੀ ਹੈ? 1 ਪੁਆਇੰਟ ਸਮਥਿੰਗ। ਸੋ ਪਹਿਲਾਂ ਤਾਂ ਮੈਂ ਚੈੱਕ ਕਰ ਲਾਂ 1 ਪੁਆਇੰਟ ਸਮਥਿੰਗ ਵਾਲੇ 2 ਆਪਸ਼ਨ ਹੈ ਘੱਟੋ ਘੱਟ ਕਿ ਨਹੀਂ, ਕਿ ਇੱਕੋ ਹੀ ਆਪਸ਼ਨ ਹੈ? ਅਗਰ ਇੱਕੋ ਹੀ ਆਪਸ਼ਨ ਹੈ ਤਾਂ ਉਹਨੂੰ ਟਿਕ ਕਰੀਏ, ਅੱਗੇ ਚਲੀਏ। ਹੁਣ ਧਿਆਨ ਨਾਲ ਦੇਖੋ, 7/18 ਜਿਹੜਾ ਵਾ ਇਹ 1 ਤੋਂ ਛੋਟਾ ਹੁੰਦਾ ਵਾ। ਜਦੋਂ ਬੇਸ ਸਾਡਾ ਵੱਡਾ ਵਾ ਨਿਊਮਰੇਟਰ ਤੋਂ, ਤਾਂ 1 ਤੋਂ ਛੋਟਾ। ਇੱਥੇ ਵੀ ਬੇਸ ਵੱਡਾ ਵਾ, ਇਹ 1 ਤੋਂ ਛੋਟਾ ਵਾ, ਮੈਨੂੰ ਤਾਂ 1 ਪੁਆਇੰਟ ਸਮਥਿੰਗ ਚਾਹੀਦਾ ਵਾ। ਇਹ 11 ਨੂੰ 11 ਨਾਲ ਕੱਟ ਕਰੂੰਗਾ, ਇਹ 1 ਪੁਆਇੰਟ ਸਮਥਿੰਗ ਆਊਗਾ। ਇੱਥੇ ਚੈੱਕ ਕਰੀਏ ਤਾਂ ਆ ਵੀ 1 ਤੋਂ ਵੱਡਾ ਵਾ, ਪਰ ਧਿਆਨ ਨਾਲ ਦੇਖੋ ਇਹ 5 ਜਿਹੜਾ ਵਾ 4 ਦੇ ਟੇਬਲ 'ਚ ਕੱਟੂਗਾ, ਇੱਥੇ 4 ਪੁਆਇੰਟ ਸਮਥਿੰਗ ਆਊਗਾ, ਇੱਥੇ 1 ਪੁਆਇੰਟ ਸਮਥਿੰਗ ਆਊਗਾ। 1 ਪੁਆਇੰਟ ਸਮਥਿੰਗ ਦੀ ਗੱਲ ਹੀ ਕਰ ਰਿਹਾ ਵਾ। ਮੇਰਾ ਆਨਸਰ ਕੀ ਹੋਊਗਾ? ਤੀਸਰਾ। ਇਹ ਤਾਂ ਇੱਕ ਤਰੀਕਾ ਵਾ ਕਿ ਅਗਰ ਮੈਨੂੰ ਇਦਾਂ ਦਾ ਕੁਐਸਚਨ ਆ ਜਾਂਦਾ ਵਾ। ਹੁਣ ਹੈ ਕਿ ਅਗਰ ਐਕਚੁਅਲੀ ਇਦਾਂ ਦਾ ਆ ਜਾਵੇ ਫਿਰ ਆਪਾਂ ਕੀ ਕਰਾਂਗੇ? ਦੇਖੋ ਇਹ ਕੀ ਹੋ ਰਿਹਾ ਵਾ, ਇੱਥੋਂ ਰਿਪੀਟ ਹੋ ਰਿਹਾ 18 18 18 ਰਿਪੀਟ ਹੋ ਰਿਹਾ। ਅਸੀਂ ਇਹਨੂੰ ਇਦਾਂ ਵੀ ਲਿਖ ਲੈਂਦੇ ਹਾਂ ਕਿ ਇਹਦੇ ਉੱਪਰ ਕੀ ਹੈ? ਬਾਰ।
ठीक है। हुण असीं की लिखदे हां 1 ਨੂੰ ਐਸ लिख दो, ਇੱਥੇ लिख दो प्लस। हुण जिन्ने नंबर्स ਦੇ ਉੱਤੇ ਬਾਰ ਹੁੰਦੀ ਹੈ ਉਨੇ 9 ਲਿਖਣੇ ਹੁੰਦੇ ਫ੍ਰੈਕਸ਼ਨ ਦੇ ਵਿੱਚ, ਡਿਨੋਮੀਨੇਟਰ ਦੇ ਵਿੱਚ, ਤੇ ਬਾਕੀ ਨੰਬਰ ਮੈਂ ਲਿਖ ਦੂੰਗਾ 18 ਐਸ ਸੱਚ। ਹੁਣ ਅਗਰ ਧਿਆਨ ਨਾਲ ਦੇਖੀਏ ਤਾਂ 9 ਦੇ ਟੇਬਲ 'ਚ ਕਟਿੰਗ ਹੋ ਰਹੀ ਹੈ, 9 ਦੇ ਟੇਬਲ 'ਚ ਕੀ ਹੈ 2, 9 ਦੇ ਟੇਬਲ 'ਚ ਕੀ ਹੈ ਇੱਥੇ 11। ਸੋ ਮੇਰੇ ਕੋਲ ਨੰਬਰ ਕੀ ਬਚ ਗਿਆ 1 + 2/11। ਅਗਰ ਮੈਂ ਡਿਨੋਮੀਨੇਟਰ 11 ਲੈ ਲੂੰਗਾ ਤਾਂ 11 + 2 ਆ ਜਾਊਗਾ, ਜਿਹਦੀ ਵੈਲਿਊ ਕਿੰਨੀ ਹੈ 13/11। ਸੋ ਸਾਡਾ ਆਨਸਰ 13/11 ਅਸੀਂ ਆਲਰੇਡੀ ਟਿਕ ਕਰ ਚੁੱਕੇ ਹਾਂ। ਠੀਕ ਹੈ ਜੀ, ਲੱਗੀ ਗੱਲ ਸਮਝ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਅਗੇਨ ਇਹ ਕੁਐਸਚਨ 24 ਚ ਵੀ ਰਿਪੀਟ ਹੋਏ ਆ, 25 ਚ ਵੀ ਆ ਰਹੇ ਆ। ਉਹ ਕਹਿ ਰਿਹਾ ਕਿ ਐਗਜ਼ਾਮੀਨੇਸ਼ਨ ਹੈ 115 ਨੰਬਰ ਦੇ ਵਿੱਚੋਂ ਬੀ ਨੇ ਸਕੋਰ ਕੀਤੇ 56, ਏ ਨੇ ਕੀਤੇ ਹੈ 80। ਅਸੀਂ ਦੱਸਣੇ ਹੈ ਵਟ ਪਰਸੈਂਟੇਜ ਆਫ ਏਜ ਮਾਰਕਸ। ਏ ਦੇ ਮਾਰਕਸ ਦਾ, ਏ ਦੇ ਮਾਰਕਸ ਕਿੰਨੇ 80, ਇਸ ਮਾਰਕਸ ਦਾ ਕਿੰਨਾ ਪਰਸੈਂਟ ਜਿਹੜਾ ਵਾ ਬੀ ਦੇ ਮਾਰਕਸ ਹੈ। ਬੀ ਦੇ ਮਾਰਕਸ ਹੈਗੇ 56, ਏ ਦੇ ਮਾਰਕਸ ਦੇ ਕਿੰਨੇ ਮਾਰਕਸ ਬੀ ਕੋ ਹੈ ਦੱਸਣਾ ਵਾ। ਸੋ ਪਰਸੈਂਟੇਜ ਕੱਢਣ ਲਈ 100 ਨਾਲ ਮਲਟੀਪਲਾਈ ਕਰਾ। 20 ਦੇ ਟੇਬਲ 'ਚ 4, 20 ਦੇ ਟੇਬਲ 'ਚ ਕੀ ਆ ਗਿਆ ਸਾਡੇ ਕੋਲ 5। ਹੁਣ 4 ਦੇ ਟੇਬਲ 'ਚ ਅਗਰ ਮੈਂ ਇੱਥੇ ਕਟਿੰਗ ਕਰੂੰਗਾ ਤਾਂ ਕੀ ਆਊਂਗਾ 14। तो 14 ਨੂੰ 5 ਨਾਲ ਕਰਾਂਗੇ ਸਾਡਾ ਆਨਸਰ ਕੀ ਆ ਜਾਊਗਾ 70। ਠੀਕ ਹੈ, ਕੋਈ ਵੀ ਡੈਸੀਮਲ 'ਚ ਨਹੀਂ ਆਣਾ, ਸਾਡਾ ਆਨਸਰ ਹੈਗਾ ਵਾ 70%। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਕਹਿ ਰਿਹਾ ਕਿ ਐਵਰੇਜ ਏਜ ਆਫ ਪਰਸਨ ਇਜ਼ 35 ਈਅਰਸ। 3 ਬੰਦਿਆਂ ਦੀ ਐਵਰੇਜ ਔਸਤ ਜੋ ਹੈ ਉਹ 35 ਹੈ। ਇਹਦਾ ਮਤਲਬ ਟੋਟਲ ਜਿਹੜੀ ਏਜ ਹੈ ਉਹ ਕਿੰਨੀ ਹੋ ਜਾਊਗੀ, ਹੋ ਜਾਊਗੀ 35 × 3 ਜੋ ਕਿ ਹੁੰਦਾ ਵਾ 105। ਟੋਟਲ ਕਿੰਨੀ ਹੋ ਜਾਊਗੀ 105। ਉਹ ਕਹਿੰਦਾ ਤੇ ਉਹਨਾਂ ਦੀ ਜਿਹੜੀ ਏਜ ਹੈ, ਉਮਰ ਹੈ, ਉਹਦੀ ਜਿਹੜੀ ਰੇਸ਼ੋ ਹੈ ਉਹ 2:5:8 ਹੈ। ਠੀਕ ਹੈ, ਅਗਰ ਮੰਨ ਲਓ ਪਹਿਲੇ ਦੀ 2 ਹੈ ਤਾਂ ਅਗਲੇ ਦੀ 5 ਹੈ, ਫਿਰ 8 ਹੋਊਗੀ। ਸੋ ਮੈਂ ਕੀ ਕਰਦਾ ਵਾਂ, ਅਗਰ ਮੇਰੇ ਕੋਲ ਟੋਟਲ ਪਤਾ ਹੋਵੇ ਮੈਂ ਰੇਸ਼ੋ ਨੂੰ ਵੀ ਟੋਟਲ ਕਰ ਲੈਣਾ ਵਾ। 8 5 13 ਤੇ 2 15। ਸੋ ਟੋਟਲ ਹੈ 15। ਉਹਦੇ ਵਿੱਚੋਂ ਪੁੱਛ ਰਿਹਾ ਕਿ ਦੱਸੋ ਯੰਗੈਸਟ ਪਰਸਨ ਦੀ, ਸਭ ਤੋਂ ਛੋਟੇ ਪਰਸਨ ਦੀ ਏਜ ਕਿੰਨੀ ਹੈ। ਸਭ ਤੋਂ ਛੋਟਾ ਕਿਹੜਾ ਵਾ, ਇਹ ਵਾਲਾ 2 ਵਾਲਾ। ਸੋ ਮੈਂ ਕੀ ਕਰਨਾ ਵਾ 2/15 ਕਰਨਾ ਵਾ। 2/15 ਕਿਹਦਾ, ਟੋਟਲ ਦਾ। ਟੋਟਲ ਕਿੰਨਾ ਵਾ 105। 15 ਦੇ ਟੇਬਲ ਤੇ 7 ਤੇ ਕੱਟ ਹੋਊਗਾ, 7 2 ਦਾ ਕਿੰਨਾ ਹੁੰਦਾ ਵਾ 14 ਈਅਰਸ। ਸਾਡਾ ਆਨਸਰ ਆ ਜਾਊਗਾ ਸੈਕਿੰਡ ਆਪਸ਼ਨ। ਠੀਕ ਹੈ ਜੀ, ਸਮਝ ਗਏ। ਬਹੁਤ ਈਜ਼ੀ ਕੁਐਸਚਨਸ ਪੁੱਛੇ ਗਏ ਸੀਗੇ, ਇसीलिए ਹੀ ਕੱਟ ਆਫ ਜਿਹੜੀ ਹੈ ਉਹ ਹਾਇਰ ਸਾਈਡ ਤੇ ਗਈ ਹੈ। ਤਾਂ ਮਤਲਬ ਬੱਚਿਆਂ ਦੀ ਤਿਆਰੀ ਜੋ ਹੈ ਉਹ ਕਾਫੀ ਅੱਛੀ ਹੈ। ਸੋ ਤੁਸੀਂ ਵੀ ਤਿਆਰੀ ਨੂੰ ਖਿੱਚ ਕੇ ਰੱਖੋ। 2 ਪਾਈਪਸ A and B can fill the tank in 90। ਇੱਕ A ਪਾਈਪ ਹੈ ਉਹ ਕਿਸੇ ਟੈਂਕ ਨੂੰ 19 ਮਿੰਟ ਦੇ ਵਿੱਚ ਭਰ ਦਿੰਦੀ ਹੈ ਅਗਰ ਕੱਲੀ ਆਹੀ ਪਾਈਪ ਓਪਨ ਹੋਵੇ। ਦੂਸਰੀ ਪਾਈਪ ਉਸੇ ਟੈਂਕ ਨੂੰ ਭਰ ਦਿੰਦੀ ਹੈ 14 ਮਿੰਟ ਦੇ ਵਿੱਚ ਅਗਰ ਕੱਲੀ B ਪਾਈਪ ਓਪਨ ਹੋਵੇ। ਠੀਕ ਹੈ, ਹੁਣ ਕੀ ਕਹਿੰਦਾ ਕਿ ਦੋਨੋਂ ਪਾਈਪ ਇਕੱਠੀਆਂ ਓਪਨ ਕੀਤੀਆਂ। ਜਦੋਂ ਦੋਨੋਂ ਪਾਈਪਸ ਇਕੱਠੇ ਕੰਮ ਕਰਦੀਆਂ ਅਸੀਂ ਕੀ ਕਰਦੇ, ਪਹਿਲਾਂ ਇਹਦਾ ਐਲਸੀਐਮ ਲੈਂਦੇ ਹਾਂ। ਕਿਉਂਕਿ 19 ਸਾਡੇ ਕੋਲ ਪ੍ਰਾਈਮ ਨੰਬਰ ਹੈ, ਇਹਦਾ ਐਲਸੀਐਮ ਕੀ ਆਊਗਾ, ਕੋ ਪ੍ਰਾਈਮ ਪੇਅਰ ਬਣ ਗਿਆ। ਐਲਸੀਐਮ ਆਊਗਾ 19 ਨੂੰ 14 ਨਾਲ ਮਲਟੀਪਲਾਈ ਕਰਕੇ। ਇੱਥੇ ਜੋ ਮੇਰੇ ਕੋ ਐਲਸੀਐਮ ਆਊਗਾ ਕਿੰਨਾ ਆਊਗਾ 19 ਨੂੰ 14 ਨਾਲ ਮਲਟੀਪਲਾਈ ਕਰਕੇ। ਮੈਂ 14 ਨੂੰ ਪਹਿਲਾਂ 10 ਨਾਲ ਮਲਟੀਪਲਾਈ ਕਰੂੰਗਾ, ਫਿਰ 10 ਨਾਲ ਮਲਟੀਪਲਾਈ ਕਰੂੰਗਾ। ਮਤਲਬ 14 ਨੂੰ ਅਗਰ ਮੈਂ 20 ਨਾਲ ਮਲਟੀਪਲਾਈ ਕਰਾਂ ਤਾਂ ਕਿੰਨਾ ਆਉਂਦਾ 280। 14 ਨੂੰ ਅਸੀਂ 20 ਵਾਰ ਲੈ ਲਿਆ, 14 ਨੂੰ 19 ਵਾਰ ਲੈਣਾ ਸੀ, ਇੱਕ ਵਾਰ ਜ਼ਿਆਦਾ ਲੈ ਲਿਆ। ਸੋ ਇੱਕ ਵਾਰ ਘਟਾ ਦਾਂਗੇ 14। ਸੋ ਮੇਰੇ ਕੋਲ ਕਿੰਨਾ ਆ ਜਾਊਗਾ ਇੱਥੇ 266। ਕਿੰਨਾ ਆ ਜਾਊਗਾ 266। ਸੋ ਸਾਡਾ ਐਲਸੀਐਮ ਕਿੰਨਾ ਆ ਗਿਆ 266। ਹੁਣ 14 ਨੂੰ ਕਿੰਨਾ ਮਲਟੀਪਲਾਈ ਕਰੀਏ 266। ਹਜੇ ਆਪਾਂ 19 ਨਾਲ ਮਲਟੀਪਲਾਈ ਕੀਤਾ ਸੀ 14 ਨੂੰ, ਤੇ 19 ਨੂੰ ਕਿੰਨਾ ਕੀਤਾ ਸੀ 14 ਨਾਲ। ਦੇਖੋ ਇਹ ਹੁੰਦਾ ਸਾਡੇ ਕੋਲ ਟਾਈਮ, ਇਹ ਸਾਡੇ ਕੋਲ ਹੁੰਦੀ ਹੈ ਐਫੀਸ਼ੀਐਂਸੀ, ਤੇ ਇਹ ਹੁੰਦੇ ਆ ਟੋਟਲ ਵਰਕ ਕਿੰਨਾ। ਟੋਟਲ ਵਰਕ ਜਿਹੜਾ ਨੰਬਰ ਆਫ ਯੂਨਿਟਸ ਆ ਉਹ ਕਿੰਨੇ ਆ ਚੀਜ਼। ਠੀਕ ਹੈ, ਹੁਣ ਉਹ ਕਹਿੰਦਾ ਕਿ ਇਹਦਾ ਦੇਖੋ ਇਹਦਾ ਮਤਲਬ ਹੁੰਦਾ ਕਿ ਇੱਕ ਦਿਨ 'ਚ ਕਿੰਨਾ ਕੰਮ ਕਰ ਰਿਹਾ। ਇੱਕ ਦਿਨ 'ਚ ਨਹੀਂ, ਬੇਸਿਕਲੀ ਹੁੰਦਾ ਪਰ ਯੂਨਿਟ ਟਾਈਮ, ਕਿਉਂਕਿ ਗੱਲ ਹੋ ਰਹੀ ਮਿੰਟਸ ਦੇ ਵਿੱਚ। ਤਾਂ ਹਰ ਮਿੰਟ ਕਿੰਨਾ ਪਾਣੀ ਭਰ ਰਿਹਾ ਵਾ, ਉਹ ਹੈ 14 ਲੀਟਰ। 19 ਮਿੰਟ ਦੇ ਵਿੱਚ ਇਹ ਪੂਰਾ ਫਿਲ ਕਰ ਦਿੰਦਾ ਵਾ ਟੈਂਕ। ਕਿੰਨਾ ਟੈਂਕ ਹੈ, ਟੈਂਕ ਹੈ 266 ਲੀਟਰ ਦਾ। ਠੀਕ ਹੈ, ਟੈਂਕ ਦੀ ਕਪੈਸਿਟੀ ਦਿੱਤੀ ਨਹੀਂ ਹੋਈ, ਹਾਈਪੋਥੈਟੀਕਲ ਹੁੰਦੀ ਹੈ। ਹਾਈਪੋਥੈਟੀਕਲ ਦਾ ਮਤਲਬ ਕਿ ਅਸੀਂ ਮੰਨ ਲੈਂਦੇ ਹਾਂ ਕਿ 266 ਹੋਊਗੀ। ਠੀਕ ਹੈ, ਤੁਸੀਂ ਕੋਈ ਵੀ ਨੰਬਰ ਮੰਨ ਸਕਦੇ ਹੋ, ਪਰ ਆਪਾਂ ਉਹ ਨੰਬਰ ਮੰਨਦੇ ਹਾਂ ਜਿਹਦੀ ਕਟਿੰਗ ਈਜ਼ੀਲੀ ਹੋ ਜਾਏ, ਤੇ ਕਟਿੰਗ ਐਲਸੀਐਮ ਦੀ ਈਜ਼ੀਲੀ ਹੋ ਜਾਂਦੀ ਹੈ। ਹੁਣ ਦੇਖੋ A ਪਾਈਪ ਵੀ ਓਪਨ ਆ, B ਪਾਈਪ ਵੀ ਓਪਨ ਹੈ। ਇਹਦਾ ਮਤਲਬ 14 ਲੀਟਰ ਪਾਣੀ ਇੱਥੇ ਭਰ ਰਿਹਾ, 19 ਲੀਟਰ ਪਾਣੀ ਇੱਥੇ ਭਰ ਰਿਹਾ ਵਾ। ਟੋਟਲ ਜੋ ਹੈ ਸਾਡੇ ਕੋਲ 33 ਲੀਟਰ ਪਾਣੀ ਭਰ ਹੋ ਰਿਹਾ ਵਾ 1 ਮਿੰਟ ਦੇ ਵਿੱਚ। ਉਹ ਕਹਿੰਦਾ 4 ਮਿੰਟ ਲਈ ਦੋਨੋਂ ਪਾਈਪਾਂ ਓਪਨ ਰਹੀਆਂ। 4 ਨਾਲ ਮਲਟੀਪਲਾਈ ਕਰਾਂਗੇ ਤਾਂ 12। ਇੱਥੇ ਕਿੰਨਾ ਆ ਗਿਆ 132। ਇਹਦਾ ਮਤਲਬ 132 ਲੀਟਰ ਟੈਂਕ ਫਿਲ ਹੋ ਗਿਆ 266 ਦੇ ਵਿੱਚੋਂ। 266 ਦੇ ਵਿੱਚੋਂ 132 ਕਿੰਨਾ ਆ ਗਿਆ 34। 134 ਰਹਿ ਗਿਆ। ਕਿੰਨਾ ਰਹਿ ਗਿਆ 134 ਰਹਿ ਗਿਆ। ਹੁਣ ਉਹ ਕਹਿ ਰਿਹਾ ਵਾ ਕਿ ਪਾਈਪ A ਕਲੋਜ਼ ਕਰ ਦਿੱਤੀ ਗਈ। ਪਾਈਪ ਅਗਰ A ਕਲੋਜ਼ ਕਰ ਗਈ ਤਾਂ B ਰਹਿ ਗਈ। ਇਹਦਾ ਮਤਲਬ 134 ਲੀਟਰ ਪਾਣੀ ਭਰਨਾ ਵਾ ਕਿਹੜੀ ਐਫੀਸ਼ੀਐਂਸੀ ਦੇ ਨਾਲ, B ਨੇ 19 ਦੀ ਐਫੀਸ਼ੀਐਂਸੀ ਨਾਲ। ਸੋ ਇੱਥੇ ਅੱਗੇ ਸੋਲਵ ਕਰਨ ਦੀ ਜ਼ਰੂਰਤ ਨਹੀਂ ਹੈ, ਇਹੀ ਆਨਸਰ ਸਾਨੂੰ ਇੱਥੇ ਨਜ਼ਰ ਆ ਰਿਹਾ ਵਾ 134/19। ਹੋਪ ਤੁਹਾਨੂੰ ਸਮਝ ਆ ਰਿਹਾ ਹੋਊਗਾ। ਟਾਈਮ ਐਂਡ ਵਰਕ ਦਾ ਪਾਈਪ ਐਂਡ ਸਿਸਟਮ ਦਾ ਬੜਾ ਬੇਸਿਕ ਕੁਐਸਚਨ ਹੈ। ਇਹ ਪਾਈਪ ਐਂਡ ਸਿਸਟਮ ਦੇ ਵਿੱਚ ਐਕਚੁਅਲ ਪਾਈਪ ਐਂਡ ਸਿਸਟਮ ਦਾ ਕਨਸੈਪਟ ਨਹੀਂ ਯੂਜ਼ ਕੀਤਾ।
ਜੋ ਕਿ ਲੀਕੇਜ ਵਾਲਾ ਹੁੰਦਾ ਵਾ, ਨੈਗੇਟਿਵ ਵਰਕ ਵਾਲਾ ਹੁੰਦਾ। ਇਹ 'ਚ ਟਾਈਮ ਐਂਡ ਵਰਕ ਦਾ ਕਨਸੈਪਟ ਹੀ ਯੂਜ਼ ਹੋ ਰਿਹਾ ਵਾ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖੋ। ਕਹਿੰਦਾ ਇੱਕ ਸ਼ੌਪਕੀਪਰ ਹੈ, ਉਹ ਕੁਛ ਹੈਂਡਮੇਡ ਚੀਜ਼ਾਂ ਖਰੀਦਦਾ, ਹੈਂਡਮੇਡ ਵੇਸਟ ਖਰੀਦਦਾ ਵਾ 600 ਰੁਪਏ ਦਾ, ਤੇ ਉਹਨੂੰ ਦੇਖੋ ਇਹ ਦੁਕਾਨਦਾਰ ਹੈ, ਇੱਕ ਵੇਸ ਖਰੀਦ ਕੇ ਲਿਆ ਰਿਹਾ 600 ਦਾ, ਜਿਹਨੂੰ ਉਹ ਕਿੰਨਾ ਦੇਖੋ ਖਰੀਦ ਕੇ 600 ਦਾ ਲਿਆਊਂਗਾ ਤਾਂ ਜ਼ਿਆਦਾ ਦਾ ਵੇਚੂੰਗਾ, ਖਰੀਦ ਕੇ ਕੁਛ ਲਿਆਊਂਗਾ ਤਾਂ ਉਹਦੇ ਉੱਪਰ ਟੈਗ ਲਗਾਊਂਗਾ, ਉਹਦਾ ਟੈਗ ਹੈ ਉਹ 40% ਵਧਾ ਕੇ ਲਗਾ ਰਿਹਾ ਵਾ। ਸੋ 600 ਰੁਪਏ ਦੀ ਚੀਜ਼ ਖਰੀਦੀ, 40% ਵਧਾ ਕੇ ਲਿਖੀ, ਤਾਂ ਕਿੰਨੀ ਲਿਖੀ ਵਧਾ ਕੇ? ਦੇਖੋ ਕਿਸੇ ਵੀ ਨੰਬਰ ਦਾ 10% ਨਿਕਾਲਣਾ ਹੋਵੇ, ਰਾਈਟ ਹੈਂਡ ਸਾਈਡ ਤੋਂ ਸੱਜੇ ਪਾਸੇ ਤੋਂ ਇੱਕ ਨੰਬਰ ਛੱਡ ਕੇ ਡਾਟ ਲਗਾ ਦਿਓ। 600 ਦਾ 10% ਕਿੰਨਾ ਵਾ? 60। 10% 60 ਹੈ, ਉਹ ਕਿੰਨਾ ਪੁੱਛ ਰਿਹਾ ਵਾ? 40%। 40% ਕੀ ਹੋਊਗਾ? 4 ਗੁਣਾ। ਇਹਦਾ 4 ਗੁਣਾ ਕੀ ਹੋਊਗਾ? 240। ਇਹਦਾ ਮਤਲਬ ਮਾਰਕਅਪ ਕਿੰਨਾ ਕਰਨਾ ਵਾ? 240 ਵਧਾ ਕੇ ਲਿਖਤਾ, ਕਿੰਨਾ ਹੋ ਗਿਆ ਸਾਡੇ ਕੋਲ? 840। ਹੁਣ ਉਹ ਪੁੱਛ ਰਿਹਾ ਵਾ ਕਿ ਅਗਰ ਉਹਨੇ 20% ਦਾ ਡਿਸਕਾਊਂਟ ਦਿੱਤਾ ਤੇ ਵੇਚਿਆ ਕਿੰਨੇ ਦਾ? ਅਗਰ 20% ਦਾ ਡਿਸਕਾਊਂਟ ਹੋ ਗਿਆ, ਅਗੇਨ ਹੁਣ ਇਹ ਸਾਡੇ ਕੋਲ MRP ਹੈ। ਡਿਸਕਾਊਂਟ ਕਿੱਥੇ ਹੁੰਦਾ ਵਾ? MRP ਤੇ। ਉਹਨੇ ਟੈਗ ਲਗਾਤਾ 840 ਰੁਪਏ ਦਾ, ਹੁਣ ਇੱਥੇ 20% ਆਫ ਦੇਣਾ, ਇਹਦਾ 10% ਕਿੰਨਾ ਹੁੰਦਾ? 84। 84 ਦੇ 84 ਕਿੰਨੇ ਹੋ ਗਏ? 168। 168 ਮਾਈਨਸ ਕਰਾਂਗੇ ਤਾਂ ਇੱਥੇ ਮੇਰੇ ਕੋਲ ਆਊਂਗਾ 2। 10 ਚੋਂ 8 ਕੇ 2। ਹੁਣ ਤੁਸੀਂ ਦੇਖੋ ਇੱਥੇ ਮੇਰਾ ਸੈਲਿੰਗ ਪ੍ਰਾਈਸ ਆਇਆ ਨਾ, ਜੋ ਕੁਐਸਚਨ ਦਾ ਆਂਸਰ ਹੈ। ਇੱਕੋ ਹੀ ਆਪਸ਼ਨ ਹੈ ਜਿਹਦੇ ਪਿੱਛੇ 2 ਹੈ, ਬਾਕੀ ਸਾਰਿਆਂ ਦੇ ਪਿੱਛੇ 0 ਹੈ। ਠੀਕ ਹੈ ਜੀ। ਸੋ ਇੱਥੇ ਮੇਰੇ ਕੋਲ ਰਹਿ ਗਿਆ 13, 7 6 13, ਇੱਥੇ 7 ਰਹਿ ਗਿਆ, 672 ਜੋ ਹੈ ਸਾਡੇ ਕੋਲ ਆਂਸਰ ਆ ਗਿਆ। ਠੀਕ ਹੈ। ਕਈ ਵਾਰ ਮੈਂ ਅਗੇਨ ਤੁਹਾਨੂੰ ਦੱਸ ਰਿਹਾ ਵਾਂ, ਕੰਪੀਟੀਟਿਵ ਐਗਜ਼ਾਮ ਜਿਹੜਾ ਵਾ ਉਹ ਪੂਰਾ ਕੁਐਸਚਨ ਸੋਲਵ ਕਰਨ ਵਾਲਾ ਨਹੀਂ ਹੈ। ਉਹ ਸਮਾਰਟਨੈਸ ਚੈੱਕ ਕਰ ਰਿਹਾ, ਤੁਹਾਡੀ ਐਫੀਸ਼ੀਐਂਸੀ ਚੈੱਕ ਕਰ ਰਿਹਾ, ਤੁਹਾਡੀ ਸਪੀਡ ਚੈੱਕ ਕਰ ਰਿਹਾ, ਤੁਹਾਡੇ ਸੋਚਣ ਦਾ ਡਿਫਰੈਂਟ ਤਰ੍ਹਾਂ ਦਾ ਤਰੀਕਾ ਜੋ ਹੈ ਉਹ ਚੈੱਕ ਕਰਦਾ ਵਾ। ਅਗਰ ਉਹਨਾਂ ਨੇ ਪੂਰੇ ਪੇਜ ਹੀ ਭਰਵਾਣੇ ਹੋਣਗੇ, ਫਿਰ ਤਾਂ ਸਕੂਲਾਂ ਤੋਂ ਹੀ ਬੱਚੇ ਚੱਕ ਲੈਣ, ਤਾਂ ਜੋ ਜਿਹੜੇ 1.5 ਪੇਜ 2 ਪੇਜ ਦੇ ਸਵਾਲ ਜਿਹੜੇ ਆ ਸੋਲਵ ਕਰਦੇ ਆ। ਇੱਥੇ ਉਹ ਚੀਜ਼ ਨਹੀਂ ਚਾਹੀਦੀ। ਇੱਥੇ ਅਗਰ ਮੈਂ ਆਪਣੇ ਮਾਈਂਡ ਦੇ ਵਿੱਚ ਹੀ ਕੈਲਕੂਲੇਟ ਕਰਕੇ ਟਿਕ ਕਰ ਦਿੱਤਾ ਪੇਪਰ ਦੇ ਵਿੱਚ, ਤਾਂ ਕੋਈ ਨਹੀਂ ਪੁੱਛੂੰਗਾ ਕਿ ਪੇਪਰ ਨੂੰ ਕਿੱਦਾਂ ਟਿਕ ਕੀਤਾ, ਕੁਐਸਚਨ A ਕਿਉਂ ਸੀ, B ਕਿਉਂ ਨਹੀਂ ਸੀ, C ਕਿਉਂ ਹੈ। ਠੀਕ ਹੈ ਜੀ। ਸੋ ਇਹਦਾ ਮਤਲਬ ਕੀ ਹੈ ਕਿ ਮੈਨੂੰ ਜ਼ਿਆਦਾ ਸਪੀਡ ਦੇ ਨਾਲ ਜ਼ਿਆਦਾ ਸਮਾਰਟਲੀ ਸੋਚਣਾ ਵਾ ਕਿ ਕੀ ਆਂਸਰ ਹੋ ਸਕਦਾ ਵਾ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖੋ। ਇਹਦੇ ਵਿੱਚ ਇੱਕ ਹੋਰ ਚੀਜ਼ ਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਜਿਹੜਾ ਕੁਐਸਚਨ ਦਾ ਆਂਸਰ ਹੈ ਉਹ ਸਾਡੇ ਸਾਹਮਣੇ ਹੀ ਹੈ। ਤੁਸੀਂ ਦੇਖੋ 10ਵੀਂ ਜਾਂ 12ਵੀਂ ਦੇ ਬੋਰਡ ਹੈ, ਉਹਦੇ ਵਿੱਚ ਮੈਨੂੰ ਸਮ ਸਵਾਲ ਸੋਲਵ ਕਰਨਾ ਪੈਂਦਾ। ਉੱਥੇ ਜਿਹੜਾ ਆਂਸਰ ਆਉਂਦਾ ਵਾ ਉਹ ਮੈਨੂੰ ਨਹੀਂ ਪਤਾ ਹੁੰਦਾ ਕਿ ਠੀਕ ਹੋਊਗਾ ਕਿ ਨਹੀਂ ਹੋਊਗਾ। ਤੁਹਾਡੀ ਤਿਆਰੀ ਬਹੁਤ ਜ਼ਿਆਦਾ ਵਾ, ਤੁਹਾਨੂੰ ਪਤਾ ਹੁੰਦਾ ਵਾ। ਵੈਸੇ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਵੈਰੀਫਾਈ ਨਹੀਂ ਕਰ ਸਕਦਾ। ਇੱਥੇ ਦੇਖੋ ਜਿੱਦਾਂ ਹੀ ਮੇਰੇ ਕੋਲ 672 ਆਇਆ ਤਾਂ ਮੈਂ ਚੈੱਕ ਕਰ ਲਿਆ ਕਿ ਹਾਂ 672 ਹੈਗਾ ਵਾ ਨੰਬਰ, ਇਹਦਾ ਮਤਲਬ ਆਂਸਰ ਮੇਰੇ ਸਾਹਮਣੇ ਹੀ ਲਿਖੇ ਹੋਏ ਆ। ਇਹ ਵੀ ਚੀਜ਼ ਇਹ ਬੈਨੀਫਿਟ ਕਰਦੀ ਹੈ ਇੱਥੇ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। A batsman scores 97 runs in the 12th innings and thus his average increases by 10 runs. ਕਹਿੰਦਾ ਇੱਕ ਪਰਸਨ ਆ, ਉਹਨੇ ਆਪਣੀ 12ਵੀਂ ਇਨਿੰਗ ਦੇ ਵਿੱਚ 97 ਰਨ ਬਣਾਏ ਤਾਂ ਉਹਦੀ ਐਵਰੇਜ ਜਿੰਨੀ ਵੀ ਸੀਗੀ 3 ਰਨ ਤੋਂ ਵੱਧ ਗਈ। ਕਹਿੰਦਾ ਦੱਸੋ ਉਹਦੀ ਐਵਰੇਜ ਕਿੰਨੀ ਸੀ 12 ਇਨਿੰਗਸ ਤੋਂ ਬਾਅਦ। ਦੋ ਤਰੀਕੇ ਨਾਲ ਕਰ ਸਕਦੇ ਹਾਂ। ਇੱਕ ਕੁਐਸਚਨ ਨੂੰ ਦੇਖ ਕੇ ਕੀਤਾ ਜਾ ਸਕਦਾ, ਜਿਹਦੇ ਲਈ ਪ੍ਰੈਕਟਿਸ ਚਾਹੀਦੀ ਹੈ, ਕਲਾਸ 'ਚ ਆਪਾਂ ਸਿਖਾਈਦਾ ਕਿੱਦਾਂ। ਇੱਕ ਸਾਡੇ ਕੋਲ ਅਗਰ ਪ੍ਰੋਪਰ ਤਰੀਕੇ ਨਾਲ ਹੀ ਕਰਨਾ, ਤਾਂ ਉਹਨੂੰ ਆਪਾਂ ਕਹਿੰਦੇ ਐਲੀਗੇਸ਼ਨ ਦੇ ਨਾਲ। ਐਲੀਗੇਸ਼ਨ ਦੇ ਨਾਲ ਅਗਰ ਮੈਂ ਕਰਾਂ ਤਾਂ ਮੈਂ ਕੀ ਦੱਸਦਾ ਹੁੰਦਾ ਵਾ ਕਿ ਤੁਸੀਂ ਦੇਖ ਲਓ ਕਿੰਨੀਆਂ ਇਨਿੰਗਸ ਟੋਟਲ ਹੈ। ਮੈਕਸਿਮਮ ਜ਼ਿਆਦਾ ਤੋਂ ਜ਼ਿਆਦਾ ਇਨਿੰਗਸ ਕਿੰਨੀਆਂ ਵਾ? 12। ਤੇ 12 ਦੇ 2 ਹਿੱਸੇ ਉਹਨੇ ਕੀਤੇ ਹੋਏ ਆ। ਕਿੱਦਾਂ? ਉਹ ਕਹਿ ਰਿਹਾ 12ਵੀਂ ਇਨਿੰਗਸ, ਇਹਦਾ ਮਤਲਬ 12ਵੀਂ ਇਨਿੰਗਸ ਇੱਕ ਹੋ ਗਈ, 11 ਪਹਿਲਾਂ ਹੋ ਚੁੱਕੀਆਂ ਸੀਗੀਆਂ। ਸੋ ਮੈਂ ਲਿਖੂੰਗਾ 11 ਇਨਿੰਗਸ ਪਹਿਲਾਂ ਹੋ ਚੁੱਕੀਆਂ ਵਾ। ਡਾਟਾ ਇੱਦਾਂ ਦਿੱਤਾ ਹੋਇਆ ਸਾਨੂੰ। ਡਾਟਾ ਕੀ ਦਿੱਤਾ ਹੋਇਆ? ਇੱਕ ਇਨਿੰਗਸ ਦਾ ਡਾਟਾ ਦਿੱਤਾ ਹੋਇਆ ਤੇ 11 ਇਨਿੰਗਸ ਬਾਰੇ ਗੱਲ ਕਰ ਰਿਹਾ ਪਹਿਲਾਂ। ਸੋ 11 ਇਨਿੰਗਸ ਦੇ ਵਿੱਚ ਕਹਿੰਦਾ ਜਿਹੜੀ ਐਵਰੇਜ ਸੀ, ਮੈਨੂੰ ਨਹੀਂ ਪਤਾ ਕਿੰਨੀ ਐਵਰੇਜ ਸੀ, ਮੈਂ ਐਵਰੇਜ ਲਿਖ ਲਈ ਇੱਥੇ। ਤੇ ਜਿਹੜਾ ਇੱਕ ਰਨ 12ਵੀਂ ਇਨਿੰਗ ਆ ਉਹ 'ਚ ਕਿੰਨੀ ਐਵਰੇਜ ਹੈ? ਉਹ 'ਚ ਜਿੰਨੇ ਸਕੋਰ ਬਣਾਊਂਗਾ ਉਨੀ ਐਵਰੇਜ। ਉਹਨੇ ਸਕੋਰ ਬਣਾਏ 97। ਉਹ ਕਹਿੰਦਾ ਦੋਨਾਂ ਦੀ ਐਵਰੇਜ ਜਿਹੜੀ ਹੈ 12 ਇਨਿੰਗਸ ਦੀ, ਉਹ ਕਿੰਨੀ? ਇੱਥੋਂ ਦੀ 3 ਵੱਧ ਗਈ। 3 ਦਾ ਮਤਲਬ ਕਿ ਟੋਟਲ ਐਵਰੇਜ ਜਿਹੜੀ ਆ ਉਹ ਮੈਂ ਇੱਥੇ ਲਿਖਦਾ 3 ਵੱਧ ਗਈ। ਹੁਣ ਅਸੀਂ ਕੀ ਕਰਨਾ ਹੁੰਦਾ ਵਾ? ਇਹ ਐਲੀਗੇਸ਼ਨ ਦਾ ਕਨਸੈਪਟ ਹੈ। ਐਲੀਗੇਸ਼ਨ 'ਚ ਇਹਨੂੰ ਇੰਨਾ ਮਾਈਨਸ ਕਰਾਂਗੇ ਤਾਂ ਆਹ ਵੈਲਿਊ ਆਉਂਦੀ ਹੈ, ਇਹਨੂੰ ਇੰਨਾ ਮਾਈਨਸ ਕਰਾਂਗੇ ਤਾਂ ਆਹ ਵੈਲਿਊ ਆਊ। 97 ਮਾਈਨਸ x ਮਾਈਨਸ 3, 97 ਮਾਈਨਸ 3 ਆ ਜਾਂਦਾ ਵਾ 94, ਇੱਥੇ ਆ ਜਾਊਗਾ ਮਾਈਨਸ x। ਹੁਣ ਇਹਨੂੰ ਇਹ 'ਚ ਮਾਈਨਸ ਕਰਾਂਗੇ x ਪਲੱਸ 3 ਮਾਈਨਸ x, ਪਲੱਸ x ਮਾਈਨਸ x ਕੱਟ ਗਿਆ, ਬਚਿਆ ਕਿੰਨਾ? ਪਲੱਸ 3। ਇੱਥੇ ਮੇਰੇ ਕੋਲ ਆ ਗਿਆ 11 ਬਾਏ 3, ਸੌਰੀ 11 into 3 ਕਿੰਨਾ ਆ ਗਿਆ? 33। ਸੋ ਮੇਰੇ ਕੋਲ ਆ ਗਿਆ 94 ਮਾਈਨਸ x ਇਜ਼ ਇਕੁਅਲ ਟੂ 33, ਜਾਂ ਮੈਂ ਕਹੂੰਗਾ x ਦੀ ਵੈਲਿਊ ਕਿੰਨੀ ਹੈ? 94 ਮਾਈਨਸ 33। ਇੱਥੇ ਮੇਰੇ ਕੋਲ ਆ ਗਿਆ ਕਿੰਨਾ? ਆ ਗਿਆ 61। ਕਿੰਨਾ ਆ ਗਿਆ? 61। ਹੁਣ 61 ਕੀ ਹੈ? x ਦੀ ਵੈਲਿਊ ਹੈ। ਇਹ ਵੈਲਿਊ ਮੇਰੇ ਕੋਲ 61 ਆ ਗਈ, ਜੋ ਕਿ 11 ਇਨਿੰਗਸ ਦੀ ਵੈਲਿਊ ਹੈ। ਉਹ ਕਹਿੰਦਾ ਪਿਆ ਕਿ ਦੱਸੋ ਵਟ ਇਜ਼ ਹਿਜ਼ ਐਵਰੇਜ ਆਫਟਰ 12 12 ਇਨਿੰਗਸ ਤੋਂ ਬਾਅਦ ਕਿੰਨੀ ਐਵਰੇਜ ਹੈ? 12 ਇਨਿੰਗਸ ਤੋਂ ਬਾਅਦ ਹੈ x ਪਲੱਸ 3। ਮੈਂ ਕੀ ਕਰੂੰਗਾ? 61 ਦੇ ਵਿੱਚ 3 ਐਡ ਕਰ ਦੂੰਗਾ। ਮੇਰਾ ਆਂਸਰ ਕਿੰਨਾ ਆ ਗਿਆ? 64। ਸੋ ਇਸ ਕੁਐਸਚਨ ਦਾ ਆਂਸਰ ਕਿੰਨਾ ਵਾ? 64। ਕੁਐਸਚਨ ਦਾ ਆਂਸਰ ਕਿੰਨਾ ਵਾ? 60। ਹੁਣ ਇੱਕ ਗੱਲ ਧਿਆਨ ਦਿਓ, ਅਗਰ ਮੈਂ ਇਹਨੂੰ ਦੂਜੇ ਤਰੀਕੇ ਨਾਲ ਕਰਨਾ ਵਾ, ਧਿਆਨ ਦਿਓ।
ਉਹ ਕਹਿੰਦਾ ਕਿ 11 ਇਨਿੰਗਸ ਦੇ ਵਿੱਚ ਉਹਦੀ ਐਵਰੇਜ ਕਿੰਨੀ ਮੈਨੂੰ ਨਹੀਂ ਪਤਾ x ਹੈ। ਇਹਨੇ 97 ਰਨ ਬਣਾਏ ਜਿਹਦੇ ਕਰਕੇ ਕੀ ਹੋਇਆ ਐਵਰੇਜ 3 ਤੋਂ ਵੱਧ ਗਈ। ਐਵਰੇਜ 3 ਤੋਂ ਵਧਣ ਦਾ ਮਤਲਬ ਕੀ ਹੁੰਦਾ ਵਾ ਕਿ ਜਿੰਨੇ 11 ਇਨਿੰਗਸ ਪਹਿਲਾਂ ਖੇਲੀਆਂ ਸੀ ਆ ਵੀ 3-3 ਰਨ ਤੋਂ ਵੱਧ ਗਈਆਂ, ਆ ਵੀ 3-3 ਰਨ ਤੋਂ ਵੱਧ ਗਈਆਂ। ਸੋ ਅਗਰ ਆ ਵੀ 3-3 ਰਨ ਤੋਂ ਵੱਧ ਗਈਆਂ ਇਹਦਾ ਮਤਲਬ 97 ਦੇ ਵਿੱਚੋਂ 11 ਇਨਿੰਗਸ 3-3 ਤੋਂ ਵੱਧ ਗਈ ਤਾਂ ਕਿੰਨਾ ਮਤਲਬ 33 ਸਕੋਰ ਤਾਂ ਪੁਰਾਣੀ ਇਨਿੰਗਸ ਨੂੰ ਬੈਲੈਂਸ ਕਰਨ ਲਈ ਚਾਹੀਦਾ ਵਾ। 33 ਜਿਹੜੇ 97 ਰਨ ਬਣਾਏ ਆ ਇਹਦੇ ਚੋਂ 33 ਰਨ ਚਾਹੀਦੇ ਆ ਕਿ ਪਹਿਲੀਆਂ 11 ਇਨਿੰਗਸ ਵੀ 3-3 ਤੋਂ ਵੱਧ ਜਾਣ। ਇਹਦਾ ਮਤਲਬ ਇਹ 33 ਜਿਹੜੇ ਆ ਰਨ ਇਹ ਤਾਂ ਇਹਨੂੰ ਬੈਲੈਂਸ ਕਰਨ ਲਈ ਯੂਜ਼ ਹੋ ਗਏ। ਸੋ ਅਗਰ ਮੈਂ ਇਹ ਚੋਂ 33 ਮਾਈਨਸ ਕਰ ਦੂੰਗਾ ਤਾਂ ਬਚੂਗਾ ਕਿ 64। ਇਹਦਾ ਮਤਲਬ ਜਿਹੜੀ ਐਵਰੇਜ ਹੁਣ ਹੈ ਉਹ ਸਾਡੇ ਕੋਲ ਕਿੰਨੀ ਹੈ 64 ਹੈ, ਜੋ ਕਿ ਸਾਡਾ ਆਨਸਰ ਹੈ 64। ਠੀਕ ਹੈ, ਇਹਨੂੰ ਅਸੀਂ ਦੇਖ ਕੇ ਹੀ ਕੱਢ ਲਈਦਾ ਵਾ ਕਿ 11 ਇਨਿੰਗਸ ਦੇ ਅਗਰ 3-3 ਰਨ ਵਧੇ ਆ ਤਾਂ 33 ਰਨ ਉਹਨੇ ਜਿਹੜੇ 97 ਬਣਾਏ ਆ ਉਹ ਚੋਂ 33 ਰਨ ਤਾਂ ਪੁਰਾਣੀ ਇਨਿੰਗਸ ਦੀ ਐਵਰੇਜ ਨੂੰ ਵਧਾਉਣ ਤੇ ਲੱਗ ਗਏ, ਬਾਕੀ ਸਾਡੇ ਕੋਲ ਨਵੀਂ ਆ 64। ਠੀਕ ਹੈ ਜੀ, ਲੱਗੀ ਗੱਲ ਸਮਝ। ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਕਹਿੰਦਾ ਕਿ 429 ਬਨਾਨਾਸ ਹੈ ਉਹਨੂੰ ਡਿਵਾਈਡ ਕਰਨਾ ਇਸ ਰੇਸ਼ੋ ਦੇ ਵਿੱਚ। ਰੇਸ਼ੋ ਕੀ ਹੈ ਸਾਡੇ ਕੋਲ 1/1:1/8:1/2। ਅਸੀਂ ਐਲਸੀਐਮ ਲਵਾਂਗੇ ਡਿਨੋਮੀਨੇਟਰ ਦਾ, ਐਲਸੀਐਮ ਆ ਗਿਆ 8, ਇਹਨੂੰ 8 ਨਾਲ ਮਲਟੀਪਲਾਈ ਕਰਾਂਗੇ ਤਾਂ 8 ਬਣੂਗਾ, ਇੱਥੇ 8 ਨਾਲ ਮਲਟੀਪਲਾਈ ਕਰਾਂਗੇ ਤਾਂ 8 ਆ ਗਿਆ। ਇੱਥੇ ਤਾਂ ਆਲਰੇਡੀ 8 ਹੈ ਇਸ ਲਈ ਇੱਥੇ 1 ਰਹਿਣ ਦੇਵਾਂਗੇ। ਇੱਥੇ 8 ਬਣਾਉਣਾ ਤਾਂ 4 ਨਾਲ ਮਲਟੀਪਲਾਈ, ਇਹਨੂੰ 4 ਨਾਲ ਕਰਾਂਗੇ ਤਾਂ ਇੱਥੇ ਕੀ ਆ ਗਿਆ 4। ਸੋ ਸਾਡੇ ਕੋਲ ਐਕਚੁਅਲ ਦੇ ਵਿੱਚ ਜਿਹੜੀ ਰੇਸ਼ੋ ਹੈ ਫ੍ਰੈਕਸ਼ਨ ਫਾਰਮ 'ਚ ਨਹੀਂ ਹੋਣੀ ਚਾਹੀਦੀ। ਸੋ ਰੇਸ਼ੋ ਅਸੀਂ ਨਿਕਾਲ ਲਈ 8:1:4। ਉਹ ਕਹਿੰਦਾ ਹਾਊ ਮਨੀ ਬਨਾਨਾਸ ਡਿਡ ਦਾ ਫਸਟ ਮੰਕੀ ਗੈਟ। ਪਹਿਲੇ ਮੰਕੀ ਨੂੰ ਕਿੰਨੇ ਬਨਾਨਾ ਮਿਲੇ? ਪਹਿਲੇ ਮੰਕੀ ਨੂੰ ਮਿਲੇ ਆ 8 ਬਨਾਨਾ। ਟੋਟਲ ਕਿਹਦੇ ਵਿੱਚੋਂ 8 4 12 ਤੇ 13 ਦੇ ਵਿੱਚੋਂ। ਇੱਥੇ ਸਾਡੇ ਕੋਲ ਕੀ ਹੈ 429, ਕੀ ਹੈਗਾ 429। ਸੋ ਇੱਥੇ ਕਟਿੰਗ ਹੋਊਗੀ 33 ਦੇ ਨਾਲ। ਦੇਖੋ 13 ਦੇ ਟੇਬਲ 'ਚ ਮੈਨੂੰ ਨਜ਼ਰ ਆ ਰਿਹਾ 13 ਦੇ 3 ਦੇ ਟੇਬਲ ਦੇ ਵਿੱਚ ਹੁੰਦਾ ਵਾ 39 ਤੇ 30 ਦੇ ਟੇਬਲ 'ਚ ਕੀ ਹੁੰਦਾ 390 ਹੋ ਜਾਊਗਾ। 390 ਤੋਂ ਅੱਗੇ ਇਹ 39 ਹੀ ਜ਼ਿਆਦਾ ਵਾ। ਸੋ ਇੱਥੇ 30 ਦਾ ਟੇਬਲ ਆ ਗਿਆ, ਇੱਥੇ 3 ਦਾ ਟੇਬਲ ਆ ਗਿਆ, ਟੋਟਲ 33 ਦਾ ਟੇਬਲ ਆ ਗਿਆ। ਸੋ 33 ਦੇ ਟੇਬਲ 'ਚ ਅਗਰ ਮੈਂ ਕਟਿੰਗ ਕਰੂੰਗਾ ਤੇ ਆ ਗਿਆ। ਹੁਣ 8 3 24 ਆਊਂਗਾ ਤੇ 4 ਲਿਖ ਦਾਂਗੇ, 2 ਕੈਰੀ ਹੋ ਗਿਆ, 8 3 24 ਤੇ 26। ਸੋ ਇਹ ਆ ਗਿਆ 264। ਸਾਡਾ ਆਨਸਰ ਕਿੰਨਾ ਆਊਗਾ 264। ਠੀਕ ਹੈ ਜੀ, ਰਿਪੀਟਡ ਕੁਐਸਚਨ ਹੈ, ਬਾਰ-ਬਾਰ ਆਹੀ ਪੁੱਛੇ ਹੋਏ ਆ, ਬਹੁਤ ਜ਼ਿਆਦਾ ਕੋਈ ਡਿਫਿਕਲਟ ਕੁਐਸਚਨਸ ਦੇ ਵਿੱਚ ਨਹੀਂ ਆਉਂਦੇ ਆ ਚੀਜ਼ਾਂ। ਨੈਕਸਟ ਕੁਐਸਚਨ ਕਰਦੇ ਆ, ਕੁਐਸਚਨ ਨੰਬਰ 10th। ਕਹਿੰਦਾ ਅਤੁਲ ਬੌਟ 10 kg ਆਫ ਰਾਈਸ ਐਟ ਦਾ ਰੇਟ ਆਫ। ਦੇਖੋ ਲਾਸਟ ਦੇ ਵਿੱਚ ਨਾ ਆਪਾਂ ਪੂਰਾ ਕੁਐਸਚਨ ਅਗਰ ਪੜ੍ਹੀਏ ਤੇ ਲਾਸਟ ਦੇ ਵਿੱਚ ਨਾ ਉਹ ਲਾਸ ਪੁੱਛਦਾ ਪਿਆ, ਪ੍ਰੋਫਿਟ ਐਂਡ ਲਾਸ ਚੈਪਟਰ ਰੁਪਿਆਂ ਦੇ ਵਿੱਚ। ਸੋ ਮੈਨੂੰ ਰੁਪਿਆਂ 'ਚ ਹੀ ਸਾਰੀ ਗਿਣਤੀ ਕਰਨੀ ਹੈ। ਸੋ ਕਹਿੰਦਾ ਕਿ ਅਤੁਲ 10 ਕਿਲੋ ਰਾਈਸ ਖਰੀਦ ਕੇ ਲਿਆਇਆ 37 ਰੁਪਏ ਕਿਲੋ ਦੇ ਹਿਸਾਬ ਨਾਲ। 37 ਰੁਪਏ ਕਿਲੋ ਦੇ ਹਿਸਾਬ ਨਾਲ ਅਗਰ 10 ਕਿਲੋ ਖਰੀਦ ਕੇ ਲਿਆਇਆ ਤਾਂ ਕਿੰਨੇ ਦੀ 370 ਰੁਪਏ ਦੀ ਖਰੀਦ ਕੇ ਲਿਆਇਆ। ਤੇ 32 ਕਿਲੋ ਰਾਈਸ ਹੋਰ ਖਰੀਦ ਕੇ ਲਿਆਇਆ ਵਾ 44 ਰੁਪਏ ਕਿਲੋ ਦੇ ਹਿਸਾਬ ਨਾਲ। 32 ਕਿਲੋ ਹੋਰ ਖਰੀਦ ਕੇ ਲਿਆਇਆ ਕਿੰਨੇ ਹਿਸਾਬ ਨਾਲ 44 ਦੇ ਹਿਸਾਬ ਨਾਲ। ਹੁਣ ਦੇਖੋ 32 ਨੂੰ ਅਸੀਂ 44 ਨਾਲ ਮਲਟੀਪਲਾਈ ਕਰਨਾ ਵਾ। ਠੀਕ ਹੈ, ਸੇਮ ਨੰਬਰ ਨਾਲ ਕਰਨਾ 4 ਤੇ 4। 4 2 8, 4 3 12। ਜਿਹੜਾ 128 ਉੱਪਰ ਲਿਖਿਆ ਅਗੇਨ 128 ਨੀਚੇ ਲਿਖ ਦਿਓ, ਜਿੱਦਾਂ ਕਿ ਆਪਾਂ ਕ੍ਰਾਸ ਲਗਾ ਕੇ ਲਿਖਦੇ ਹੀ ਆ। ਇੱਥੇ 8 ਆ ਗਿਆ, ਇੱਥੇ 10 ਆ ਗਿਆ, 2 3 4 1408। ਸੋ ਇੱਥੇ 1408 ਰੁਪਏ ਦੇ ਉਹਨੇ ਆ ਦੋ ਚੀਜ਼ਾਂ ਖਰੀਦ ਲਈਆਂ। ਵੇਚਣ ਦੇ ਟਾਈਮ ਤੇ ਉਹਨੇ 42 ਰੁਪਏ ਕਿਲੋ ਸਾਰੇ ਵੇਚਦੇ। ਕਿੰਨੇ ਦੇ ਵੇਚਦੇ 42 ਰੁਪਏ ਕਿਲੋ। ਹੁਣ ਧਿਆਨ ਦਈਓ ਇਹ 10 ਕਿਲੋ ਤੇ 44 ਕਿਲੋ ਇਹ ਹੈਗੀ ਸਾਡੇ ਕੋਲ ਕੁਆਂਟਿਟੀ। ਕਿੰਨੇ ਖਰੀਦ ਲਿਆ ਸੀ 10 ਕਿਲੋ ਤੇ ਟੋਟਲ ਕਿੰਨੇ ਖਰੀਦ ਕੇ ਲਿਆ 54 ਕਿਲੋ। 54 ਕਿਲੋ ਵੇਚੇ ਕਿੰਨੇ ਦੇ 42 ਰੁਪਏ ਕਿਲੋ ਦੇ ਹਿਸਾਬ ਨਾਲ। 54 ਕਿਲੋ ਖਰੀਦੇ ਕਿਹੜੇ ਹਿਸਾਬ ਨਾਲ 42 ਦੇ ਹਿਸਾਬ ਨਾਲ। ਸੋ ਇੱਥੇ ਕਿੰਨਾ ਆ ਜਾਊਗਾ 54 ਡਬਲ ਕਿੰਨਾ ਹੁੰਦਾ 108 ਤੇ 108 ਨੂੰ 108 ਦਾ ਡਬਲ ਕਿੰਨਾ ਹੋ ਗਿਆ 216 ਕਿਉਂਕਿ 4 ਨਾਲ ਮਲਟੀਪਲਾਈ ਕਰਨਾ। ਇੱਥੇ ਆ ਗਿਆ 8 6 2 2। अतुल bought 10 kg of rice at the rate of 37 रुपए किलो 370 आ गया एंड 32 किलो at the rate of 44 per kg 408 आ गया। ही sold the entire mixture at the rate of 52 per kg। सो टोटल किन्ने किलो है? अच्छा गलती हो गई, ਇੱਥੇ 32 ਕਿਲੋ ਹੈ। ਓਕੇ, ਸੋ ਇੱਥੇ ਕੀ ਹੈ, ਹਾਲਾਂਕਿ ਕੈਲਕੂਲੇਸ਼ਨ ਸਾਡੀ ਸਹੀ ਹੈ। ਅਸੀਂ ਇੱਥੇ ਲਿਖ ਲਓ 44 × 32 ਕਿਲੋ ਕਿੰਨੇ ਆ 32 ਕਿਲੋ ਹੈ। ਠੀਕ ਹੈ 32 ਕਿਲੋ ਹੈ ਟੋਟਲ। ਇੱਥੇ ਜਿਹੜਾ ਵਾ 42 ਕਿਲੋ ਆਣਾ ਲੈ, ਈਜ਼ੀ ਹੋ ਗਿਆ, ਹੋਰ ਈਜ਼ੀ ਹੋ ਗਿਆ। ਸੋ ਬੇਸਿਕਲੀ ਇੱਥੇ ਕੀ ਆ ਗਿਆ 42 ਦਾ ਸਕੁਅਰ ਆ ਗਿਆ। 42 ਦਾ ਸਕੁਅਰ ਆ ਗਿਆ। 40 ਤੋਂ 50 ਦੇ ਵਿੱਚ ਜਿਹੜੇ ਨੰਬਰ ਹੁੰਦੇ ਉਹ ਸਕੁਅਰ ਕਰਨਾ ਬੜਾ ਸੌਖਾ ਹੁੰਦਾ ਵਾ। ਅਸੀਂ ਕੀ ਕਹਿੰਦੇ ਯੂਨਿਟ ਡਿਜਿਟ ਦੇ ਵਿੱਚ ਅਗਰ ਮੈਂ 15 ਐਡ ਕਰ ਦੇਵਾਂ ਤੇ 17 ਲਿਖਾਂਗੇ ਤਾਂ ਯੂਨਿਟ ਡਿਜਿਟ ਨੂੰ 10 ਬਣਾਉਣ ਲਈ ਜਿਹੜਾ ਨੰਬਰ ਚਾਹੀਦਾ ਉਹ 8 ਹੈ।
8 10 ਸਕੁਅਰ ਕਿੰਨਾ 64 ਇੱਥੇ 1764 ਆ ਜਾਊਗਾ। ਠੀਕ ਹੈ, ਸੋ 41 to 50 ਦੇ ਸਕੁਅਰ ਕਰਨ ਦਾ ਜਿਹੜਾ ਤਰੀਕਾ ਵਾ ਉਹ ਬੜਾ ਈਜ਼ੀ ਹੁੰਦਾ ਵਾ, ਕਿਸ ਦਿਨ ਸਿਖਾਊਂਗਾ ਤੁਹਾਨੂੰ ਮੈਂ। ਫਿਲਹਾਲ ਕੀ ਹੈ, ਇੱਥੇ ਮੇਰੇ ਕੋਲ ਆ ਗਿਆ 8, ਇੱਥੇ ਆ ਜਾਣਾ ਵਾ 7 7, ਸੋ 1778 ਰੁਪਏ ਦੀ ਚੀਜ਼ ਖਰੀਦ ਕੇ ਵੇਚੀ ਕਿੰਨੀ 1764 ਰੁਪਏ ਦੀ, ਤਾਂ ਇਹਨੂੰ ਨੁਕਸਾਨ ਕਿੰਨਾ ਹੋ ਗਿਆ 8 6 14 ਰੁਪਏ ਦਾ। ਨੁਕਸਾਨ ਕਿੰਨਾ ਹੋ ਗਿਆ 14 ਰੁਪਏ ਦਾ। ਸਾਡਾ ਆਨਸਰ ਕੀ ਆ ਗਿਆ 14। ਠੀਕ ਹੈ ਜੀ, ਲੱਗੀ ਗੱਲ ਸਮਝ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨਿਰਮਲ ਬੋਰੋਡ ਅ ਸਮ ਆਫ ਰੁਪੀ, ਦੇਖੋ ਇੱਕ ਨਿਰਮਲ ਆ ਉਹਨੇ 30,000 ਰੁਪਇਆ ਸਿੰਪਲ ਸਧਾਰਨ ਵਿਆਜ ਤੇ 2 ਸਾਲ ਦਾ ਲਿਆ, ਤੇ ਉਹਨੂੰ ਵਿਆਜ ਜਿਹੜਾ ਵਾ ਉਹ ਕਿੰਨਾ ਦੇਣਾ ਪਿਆ 2 ਸਾਲ ਬਾਅਦ 5500, ਤੇ ਰੇਟ ਆਫ ਇੰਟਰਸਟ ਜਿਹੜਾ ਸੀਗਾ ਉਹ ਸੀਗਾ X%। ਹੁਣ ਧਿਆਨ ਨਾਲ ਗੱਲ ਸੁਣੋ, ਜਿਹੜਾ ਰੇਟ ਆਫ ਇੰਟਰਸਟ ਹੁੰਦਾ ਉਹ ਪਰ ਐਨਮ ਹੁੰਦਾ, ਐਨੂਅਲ ਰੇਟ ਆਫ ਇੰਟਰਸਟ, ਤੇ 5500 ਵਿਆਜ ਦਿੱਤਾ ਵਾ 2 ਸਾਲ ਦਾ, ਤਾਂ 1 ਸਾਲ ਦਾ ਵਿਆਜ ਕਿੰਨਾ ਦਿੱਤਾ ਹੋਊਗਾ 2750। ਸੋ ਮੈਨੂੰ ਦੱਸਣਾ ਜਿਹੜਾ 2750 ਵਾ ਉਹ ਕਿੰਨੇ % ਬਣਦਾ ਵਾ ਕਿਹਦਾ 30,000 ਦਾ। ਪਰਸੈਂਟੇਜ ਨਿਕਾਲਣ ਲਈ 100 ਨਾਲ ਮਲਟੀਪਲਾਈ ਕਰ ਦਈਏ, 1 2 3 1 2 3। ਹੁਣ ਸਾਡੇ ਕੋਲ 5 ਦੇ ਟੇਬਲ 'ਚ ਕੱਢ ਜਾਓਗੇ, 5 6 ਦਾ 5 5 ਦਾ ਕੀ ਹੁੰਦਾ 25, ਫਿਰ 5 5 ਦਾ ਕੀ ਹੁੰਦਾ 25। ਸੋ ਹੁਣ ਆਪਾਂ ਕੀ ਕਰਨਾ 55 ਨੂੰ 6 ਨਾਲ ਡਿਵਾਈਡ ਕਰਨਾ ਵਾ। ਧਿਆਨ ਦੇਖੋ 9 ਦੇ ਕਿਹੜੇ ਟੇਬਲ 'ਚ 55 ਦੇ ਨੀਅਰ ਆਉਂਦਾ ਵਾ 9 6 9 ਦਾ 54। ਸੋ ਮੇਰਾ ਆਨਸਰ ਆਣਾ 9 ਪੁਆਇੰਟ ਸਮਥਿੰਗ, 9 ਪੁਆਇੰਟ ਸਮਥਿੰਗ ਕਿਹੜਾ ਵਾ 9.17। ਹੋਰ ਸਾਰਾ ਕੋਈ ਵੀ ਆਪਸ਼ਨ 9 ਦੇ ਆਸ-ਪਾਸ ਨਹੀਂ ਹੈ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਨੈਕਸਟ ਕੁਐਸਚਨ ਕਹਿੰਦਾ ਕਿ ਮਰਚੈਂਟ ਨੇ ਸੇਲ ਕੀਤਾ ਵਾ ਇੰਨੀ ਸ਼ੂਗਰ ਟੋਟਲ, ਕਹਿੰਦਾ ਕੁਛ ਕੀਤੀ ਹੈ 23% ਦੇ ਪ੍ਰੋਫਿਟ ਤੇ, ਤੇ ਕੁਛ ਕੀਤੀ ਹੈ 37% ਦੇ ਪ੍ਰੋਫਿਟ ਤੇ। ਸੌਰੀ, ਕੁਛ ਕੀਤੀ ਹੈ 23% ਦੇ ਪ੍ਰੋਫਿਟ ਤੇ, ਤੇ ਕੁਛ ਕੀਤੀ ਹੈ 57% ਪ੍ਰੋਫਿਟ ਤੇ। ਟੋਟਲ ਪ੍ਰੋਫਿਟ 37% ਹੋ ਗਿਆ। ਦੱਸੋ 57% ਪ੍ਰੋਫਿਟ ਤੇ ਕਿੰਨਾ ਸ਼ੂਗਰ ਜਿਹੜਾ ਵਾ ਵੇਚਿਆ। ਸ਼ੂਗਰ ਟੋਟਲ ਕਿੰਨੀ ਹੈ 1224 ਕਿਲੋ। ਇਹਦੇ ਵਿੱਚੋਂ ਕੁਛ ਹਿੱਸਾ ਤਾਂ ਉਹਨੇ 23% ਦੇ ਪ੍ਰੋਫਿਟ ਤੇ ਵੇਚਤਾ, ਕੁਛ ਹਿੱਸਾ ਉਹਨੇ 57% ਪ੍ਰੋਫਿਟ ਤੇ ਵੇਚਤਾ, ਤੇ ਟੋਟਲ ਪ੍ਰੋਫਿਟ ਜਿਹੜਾ ਉਹਨੂੰ ਹੋ ਗਿਆ ਉਹ ਕਿੰਨਾ ਹੋਇਆ 37% ਪੋਜ਼ਿਟਿਵ। ਅਗੇਨ ਐਲੀਗੇਸ਼ਨ ਦਾ ਕਨਸੈਪਟ ਲਗਾਵਾਂਗੇ, ਇਹਦੇ ਵਿੱਚੋਂ ਇਹਨੂੰ ਮਾਈਨਸ ਕਰਾਂਗੇ ਤਾਂ ਵੈਲਿਊ ਆ ਗਈ 57 ਚੋਂ 37 ਗਏ ਤਾਂ 20, 37 ਦੇ ਵਿੱਚੋਂ 23 ਗਏ ਤਾਂ ਸਾਡੇ ਕੋਲ ਕਿੰਨੇ ਆ ਜਾਊਗੇ 14। ਸੋ ਰੇਸ਼ੋ ਬਣਾਉਣੀ, ਰੇਸ਼ੋ ਆ ਗਈ ਸਾਡੇ ਕੋਲ 10:7। ਇਹਦਾ ਮਤਲਬ 1224 ਕਿਲੋ ਜਿਹੜਾ ਟੋਟਲ ਹੈ ਉਹਦੇ ਅਗਰ ਮੈਂ 17 ਹਿੱਸੇ ਕਰਾਂ ਤਾਂ 10 ਹਿੱਸੇ ਇਹਦੇ ਆ, 7 ਹਿੱਸੇ ਇਹਦੇ ਆ। ਉਹਨੇ ਪੁੱਛਿਆ ਵਾ 57% ਵਾਲੀ ਦੇ, 57% ਵਾਲੀ ਦੇ 7 ਹਿੱਸੇ ਆ, 7 ਹਿੱਸੇ ਆ ਟੋਟਲ 17 ਦੇ ਵਿੱਚੋਂ, ਤੇ ਅਸੀਂ ਦੱਸਣਾ ਵਾ 1224 ਦੇ ਵਿੱਚ। ਕੀ ਦੱਸਣਾ ਵਾ 1224 ਦੇ ਵਿੱਚ। ਹੁਣ ਸਾਡਾ ਆਨਸਰ ਕੀ ਹੋਊਗਾ ਇਹ ਅਸੀਂ ਦੇਖਣਾ ਵਾ। 17 ਦੇ ਕਿਹੜੇ ਟੇਬਲ ਦੇ ਵਿੱਚ ਅਸੀਂ ਦੇਖਣਾ, ਦੇਖੋ 17 ਨੂੰ 5 ਨਾਲ ਕਰਾਂਗੇ ਤਾਂ 85 ਆ ਜਾਊਗਾ। ਠੀਕ ਹੈ, 85 ਮੇਰੇ ਕੋਲ ਆ ਗਿਆ, 102 ਆ ਜਾਣਾ ਵਾ, ਤੇ 102 7 ਦੇ ਟੇਬਲ 'ਚ ਕਟਿੰਗ ਹੋਊਗੀ। 7 ਦੇ ਟੇਬਲ 'ਚ ਅਗਰ ਮੈਂ ਕੱਟ ਕਰਾਂ, ਧਿਆਨ ਨਾਲ ਦੇਖਿਓ ਸਾਰੇ ਨੰਬਰ ਮੇਰੇ ਇੰਟੀਜਰ 'ਚ ਹੈ, ਅਗਰ ਮੈਂ 7 ਨਾਲ ਕਟਿੰਗ ਕਰਾਂ ਇਹਦੀ ਤਾਂ 17 ਨਾਲ ਕਰਾਂਗੇ 7 ਦੀ 119 ਆ ਜਾਣਾ। ਕਿੰਨਾ ਹੈ ਨਾ 119 ਆ ਗਿਆ ਸਾਡੇ ਕੋਲ। 119 ਬਚਿਆ ਕਿੰਨਾ 3 34, 17 ਦੂਆ 34। ਠੀਕ ਹੈ, ਸੋ 7 2 14, 1 ਕੈਰੀ ਇੱਥੇ ਮੇਰੇ ਕੋਲ ਕਿੰਨਾ ਆ ਗਿਆ 504। ਸੋ ਸਾਡਾ ਆਨਸਰ ਕਿੰਨਾ ਹੋਊਗਾ 504। ਠੀਕ ਹੈ ਜੀ, ਆਨਸਰ ਕਿੰਨਾ ਹੋਊਗਾ 504। 17 ਜਿਹੜਾ ਵਾ 7 ਦਾ 119 ਹੁੰਦਾ। ਠੀਕ ਹੈ, 17 7 119। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਚੇਤਨ ਨੇ ਵੇਚੀਆਂ 165 ਚੇਅਰਸ ਤੇ ਪ੍ਰੋਫਿਟ ਉਹਨੂੰ ਹੋਇਆ, ਇਹ ਕੁਐਸਚਨ ਬੜਾ ਇੰਪੋਰਟੈਂਟ ਹੈ। ਪ੍ਰੋਫਿਟ ਹੋਇਆ, ਪ੍ਰੋਫਿਟ ਨੂੰ ਉਹਨੇ ਐਕਚੁਅਲ 'ਚ ਨਹੀਂ ਦੱਸਿਆ, ਉਹਨੂੰ ਦੱਸਿਆ ਕਿ ਅਗਰ ਆਪਾਂ 55 ਚੇਅਰ ਵੇਚੀਆਂ ਜਿੰਨੇ ਦੀਆਂ ਉਹਨਾਂ ਪ੍ਰੋਫਿਟ ਹੈ, ਜਿੰਨੇ ਦੀਆਂ 55 ਚੇਅਰਾਂ ਵੇਚੀਆਂ ਉਹਨਾਂ ਪ੍ਰੋਫਿਟ ਹੈ 165 ਚੇਅਰ ਵੇਚਣ ਤੇ। ਮੈਂ ਮੰਨ ਲੈਣਾ, ਦੇਖੋ ਅਸੀਂ ਨਾ ਜਦੋਂ ਤੇ ਪ੍ਰੋਫਿਟ ਐਂਡ ਲਾਸ ਦੇਖਣਾ ਹੁੰਦਾ ਨਾ, ਅਸੀਂ ਦੇਖਣਾ ਹੁੰਦਾ ਉਹਨੇ ਪ੍ਰੋਫਿਟ ਐਂਡ ਲਾਸ ਕੀ ਦਿੱਤਾ, ਉਹ ਕਹਿੰਦਾ ਪਿਆ ਵਾ ਕਿ ਸੈਲਿੰਗ ਪ੍ਰਾਈਸ ਆਫ 55 ਚੇਅਰਸ। ਠੀਕ ਹੈ ਜੀ, ਸੋ ਮੈਂ ਕੀ ਕਰਦਾ, ਅਗਰ ਸੈਲਿੰਗ ਪ੍ਰੋਫਿਟ ਸੈਲਿੰਗ ਪ੍ਰਾਈਸ ਦੇ ਬੇਸ ਤੇ ਹੈ ਤਾਂ ਮੈਂ ਕਹਿ ਦੂੰਗਾ ਕਿ ਟ੍ਰਾਂਜੈਕਸ਼ਨ ਦੇ ਵਿੱਚ ਸੈਲਿੰਗ ਪ੍ਰਾਈਸ ਆਫ ਟ੍ਰਾਂਜੈਕਸ਼ਨ ਕਿੰਨੀ ਹੋਈ 165 ਚੇਅਰ ਦੀ। ਮੈਂ ਮੰਨ ਲੈਣਾ ਕਿ ਹਰ ਚੇਅਰ 1 ਰੁਪਏ ਦੀ ਵਿਕੀ ਸੀ, ਤਾਂ ਸੈਲਿੰਗ ਪ੍ਰਾਈਸ ਕਿੰਨਾ ਹੋ ਗਿਆ 165। ਪ੍ਰੋਫਿਟ ਕਿੰਨਾ ਹੋ ਗਿਆ 55 ਚੇਅਰਸ ਦਾ ਸੈਲਿੰਗ ਪ੍ਰਾਈਸ, ਉਹ ਕਿੰਨਾ ਹੋਊਗਾ 55। ਦੇਖੋ ਇਹ ਮੇਰੇ ਕੋਲ ਸੈਲਿੰਗ ਪ੍ਰਾਈਸ ਆ ਗਿਆ, ਇਹ ਮੇਰੇ ਕੋਲ ਪ੍ਰੋਫਿਟ ਆ ਗਿਆ। ਮਤਲਬ 165 ਰੁਪਏ ਦੀ ਕੋਈ ਚੀਜ਼ ਵੇਚ ਕੇ 55 ਰੁਪਏ ਦਾ ਪ੍ਰੋਫਿਟ ਅਗਰ ਹੋ ਜਾਏ ਤਾਂ ਕਾਸਟ ਪ੍ਰਾਈਸ ਕਿੰਨਾ ਹੁੰਦਾ ਵਾ 110 ਰੁਪਏ। ਕਿੰਨਾ ਹੋ ਗਿਆ 165 ਚੋਂ 55 ਕਿਹੜਾ 110 ਰੁਪਏ। ਕਾਸਟ ਪ੍ਰਾਈਸ ਇੰਨਾ ਹੋ ਗਿਆ, ਪ੍ਰੋਫਿਟ ਕਿੰਨਾ ਵਾ ਸਾਡੇ ਕੋਲ 55। ਉਹ ਕਹਿੰਦਾ ਪ੍ਰੋਫਿਟ ਪਰਸੈਂਟੇਜ ਕਿੰਨੀ ਹੈ 55 ਰੁਪਏ ਪ੍ਰੋਫਿਟ ਹੈ 110 ਦੇ ਉੱਤੇ। ਸੋ ਇਹ ਅਗਰ 100% ਹੈ ਤਾਂ ਇਹਦਾ ਅੱਧਾ ਲਿਖਿਆ ਹੋਇਆ ਉੱਪਰ, ਅੱਧਾ ਕਿੰਨਾ ਹੁੰਦਾ 50%। ਠੀਕ ਹੈ ਜੀ,
ਆਪਾਂ 100 ਨਾਲ ਮਲਟੀਪਲਾਈ ਕਰਾਂਗੇ ਆਂਸਰ ਆਹੀ ਆਊਗਾ। ਤੁਸੀਂ 100 ਨਾਲ ਸਿੱਖਿਆ ਹੋਊਗਾ 55 2 ਜਾ 2 ਨੂੰ ਇੱਥੇ ਕੱਟ ਕਰਾਂਗੇ ਤਾਂ 50 ਆ ਜਾਊਗਾ। ਪਰ ਅਸੀਂ 100 ਨਾਲ ਕਈ ਵਾਰ ਮਲਟੀਪਲਾਈ ਕਰਦੇ, ਕਈ ਵਾਰ ਦੇਖ ਕੇ ਆਂਸਰ ਪਤਾ ਲੱਗ ਜਾਂਦਾ। ਇਸ ਕੇਸ ਦੇ ਵਿੱਚ ਦੇਖ ਕੇ ਆਂਸਰ ਪਤਾ ਲੱਗ ਗਿਆ 1/2 ਆਊਗਾ ਜੋ ਕਿ ਕੀ ਹੈ 50%। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਕਹਿੰਦਾ ਵਾਟਰ ਟੈਂਕ ਕੈਨ ਬੀ ਫਿਲਡ ਬਾਈ ਇਨ 33 ਮਿੰਟਸ ਯੂਜ਼ਿੰਗ 27 ਪਾਈਪਸ। ਕਹਿੰਦਾ 27 ਪਾਈਪਸ ਨੂੰ ਯੂਜ਼ ਕਰਕੇ ਕਿਸੇ ਟੈਂਕ ਨੂੰ 33 ਮਿੰਟ ਦੇ ਵਿੱਚ ਭਰਿਆ ਜਾ ਸਕਦਾ ਵਾ। ਤਾਂ ਦੱਸੋ 25 ਪਾਈਪ ਇਫ ਦਾ 25 ਪਾਈਪਸ ਆਫ ਸੇਮ ਕੈਪੈਸਿਟੀ ਦੀਆਂ ਅਗਰ 25 ਪਾਈਪ ਯੂਜ਼ ਕੀਤੀਆਂ ਜਾਣ ਤਾਂ ਦੱਸੋ ਕਿੰਨੇ ਮਿੰਟ ਲੱਗੂਗੇ। ਤਾਂ ਦੱਸੋ ਕਿੰਨੇ ਮਿੰਟ ਲੱਗੂਗੇ। ਦੇਖੋ 33 ਮਿੰਟ ਲੱਗ ਰਹੇ 27 ਪਾਈਪਾਂ ਨਾਲ, ਪਾਈਪ ਘਟ ਜਾਓਗੇ ਤਾਂ ਟਾਈਮ ਜ਼ਿਆਦਾ ਲੱਗੂਗਾ। ਟਾਈਮ ਕੀ ਲੱਗੂਗਾ ਜ਼ਿਆਦਾ, 33 ਤੋਂ ਜ਼ਿਆਦਾ ਟਾਈਮ ਲੱਗੂਗਾ। ਸਾਰੇ ਆਪਸ਼ਨ 33 ਤੋਂ ਜ਼ਿਆਦਾ ਹੀ ਹੈ। ਸੋ ਅਸੀਂ ਕਾਊਂਟ ਕਰਦੇ ਹਾਂ 27 × 33 ਅਪੋਨ 25। ਇਹ ਸਾਡਾ ਕੀ ਹੈ ਆਂਸਰ ਹੋਊਗਾ। ਇਹ ਸਾਡਾ ਕੀ ਹੋਊਗਾ ਆਂਸਰ ਹੋਊਗਾ। ਦੇਖੋ 27 ਨੂੰ 3 ਨਾ ਕਰੀਏ, 27 ਨੂੰ 3 ਨਾ ਕਰਾਂਗੇ ਤਾਂ 51 ਆਉਂਦਾ, 30 ਨਾ ਕਰਾਂਗੇ ਤਾਂ 510, ਫਿਰ 27 ਨੂੰ 3 ਨਾਲ ਫਿਰ ਦੁਬਾਰਾ ਕਰਾਂਗੇ ਤਾਂ 51। ਤੇ ਮੇਰੇ ਕੋਲ ਕੀ ਆ ਗਿਆ 561। ਇਹਨੂੰ ਅਸੀਂ ਡਿਵਾਈਡ ਕਰਨਾ ਵਾ ਕਹਿੰਦਾ 25 ਦੇ ਨਾਲ। 25 ਨਾਲ ਡਿਵਾਈਡ ਕਰੂੰਗਾ ਤਾਂ ਮੇਰਾ ਆਂਸਰ ਕੀ ਹੈ 27 ਨੂੰ 51 ਨਹੀਂ ਕਰਨਾ, 81 ਆਣਾ ਇੱਥੇ। ਸੌਰੀ ਸਰ, 27 ਨੂੰ 3 ਨਾਲ ਕਰਾਂਗੇ 17 ਦੀ 51 ਹੁੰਦਾ, 27 ਦੀ 81। ਸੋ 810 ਤੇ ਇੱਥੇ ਕਿੰਨਾ ਆ ਗਿਆ 81। ਸੋ ਇੱਥੇ ਆ ਗਿਆ 891। ਕੀ ਆ ਗਿਆ 891। ਇਹਨੂੰ ਅਸੀਂ ਕਰਨਾ 25 ਦੇ ਨਾਲ। 25 ਨੂੰ 3 ਨਾਲ ਕਰਾਂਗੇ ਤਾਂ ਕਿੰਨਾ ਆ ਗਿਆ 75। ਇੱਥੇ ਆ ਗਿਆ 4, ਇੱਥੇ 1, ਇੱਥੇ ਕਿੰਨਾ ਆਇਆ ਨਾ 100। ਤੇ ਹੁਣ ਮੈਨੂੰ ਕਰਨਾ ਪਾਊਗਾ 5 ਦੇ ਟੇਬਲ ਦੇ ਵਿੱਚ। ਸੋ ਮੇਰਾ ਆਂਸਰ ਹੋਊਗਾ 35 ਵਾਲਾ। ਆਂਸਰ ਕਿੰਨਾ ਹੋਊਗਾ 35 ਵਾਲਾ, ਜੋ ਕਿ 35.64। ਠੀਕ ਹੈ ਜੀ, ਲੱਗ ਗਿਆ ਸਮਝ। ਸੋ 17 ਨੂੰ 3 ਨਾਲ ਕਰੀਏ ਤਾਂ 51 ਹੁੰਦਾ, 27 ਨੂੰ 3 ਨਾਲ ਕਰਾਂਗੇ ਤਾਂ 81 ਹੋਊਗਾ। ਸੋ ਮੈਂ ਸੋਚ ਰਿਹਾ ਸੀ ਸ਼ਾਇਦ 17 ਵਾ। ਠੀਕ ਹੈ ਜੀ। ਚਲੋ ਨੈਕਸਟ ਕਰਦੇ ਹਾਂ। ਉਹ ਕਹਿੰਦਾ ਅਗਰ ਥਰਡ ਪ੍ਰੋਪੋਰਸ਼ਨਲ 80 ਤੇ 60 ਦਾ x ਹੈ। ਥਰਡ ਪ੍ਰੋਪੋਰਸ਼ਨਲ ਕਿੱਦਾਂ ਲਿਖੀਦਾ ਵਾ, ਦੋ ਨੰਬਰ ਦਿੱਤੇ ਹੁੰਦੇ ਥਰਡ ਪ੍ਰੋਪੋਰਸ਼ਨਲ ਵੇਲੇ। 80/60 = 60/x। ਇਹ ਹੁੰਦਾ ਥਰਡ ਪ੍ਰੋਪੋਰਸ਼ਨਲ ਲਿਖਣ ਦਾ ਤਰੀਕਾ। ਕਹਿੰਦਾ x ਦੀ ਵੈਲਿਊ ਦੱਸੋ। ਉਹਨੇ ਚ ਆਪਾਂ ਕੀ ਕਰਦੇ ਹਾਂ ਕਿ ਜਿਹੜਾ ਇਹ ਹੁੰਦਾ ਵਾ ਮੀਨਸ, ਇਹ ਹੁੰਦਾ ਵਾ ਐਕਸਟ੍ਰੀਮ। ਜਿਹੜਾ ਮੀਨਸ ਦਾ ਪ੍ਰੋਡਕਟ ਹੈ ਉਹ ਕਿਹਦੇ ਬਰਾਬਰ ਹੁੰਦਾ ਵਾ ਐਕਸਟ੍ਰੀਮ ਦੇ, 80 × 60 ਦੇ, 80 × x ਦੇ ਸੌਰੀ। ਠੀਕ ਹੈ, ਤਾਂ ਕੀ ਲਿਖਾਂਗੇ 60 × 60 ਅਪੋਨ 80। 1 0 ਇੱਥੇ ਕੈਂਸਲ ਕਰ ਦਾਂਗੇ। ਇੱਥੇ ਅਗਰ ਆ ਗਿਆ 4 ਤੇ ਇੱਥੇ ਕਿੰਨਾ ਆ ਜਾਊਗਾ 3। ਇਹਦੇ 4 ਨਾਲ ਕਰਾਂਗੇ ਤਾਂ ਕਿੰਨਾ ਆ ਜਾਊਗਾ 15। 15 × 3 ਹੁੰਦਾ ਵਾ ਸਾਡੇ ਕੋਲ ਕਿੰਨਾ 45। ਸੋ x ਦੀ ਵੈਲਿਊ ਕਿੰਨੀ ਹੈ ਸਾਡੇ ਕੋਲ 45, 45। ਠੀਕ ਹੈ ਜੀ। ਚਲੋ ਅਗਲਾ ਕੁਐਸਚਨ ਕਰਦੇ ਹਾਂ। ਰੀਡ ਦਾ ਗਿਵਨ ਇਨਫੋਰਮੇਸ਼ਨ ਐਂਡ ਹੁਣ ਕੰਪਰੀਹੈਂਸ਼ਨ ਵਾਲਾ ਕੁਐਸਚਨ ਹੈ, ਬੜਾ ਈਜ਼ੀ ਹੈ। ਉਹ ਕਹਿੰਦਾ ਕਿ ਦੋ ਨੰਬਰਸ ਦਾ ਸਮ ਜਿਹੜਾ ਵਾ ਉਹ ਕਿੰਨਾ ਵਾ 80। ਦੋ ਨੰਬਰਸ ਦਾ ਸਮ ਕਿੰਨਾ ਵਾ 80 ਤੇ ਦੋ ਨੰਬਰਾਂ ਦਾ ਜਿਹੜਾ ਡਿਫਰੈਂਸ ਹੈ ਉਹ ਕਿੰਨਾ ਵਾ 8 ਹੈ। ਯਾਦ ਰੱਖਿਓ ਜੇ ਤੁਹਾਨੂੰ ਦੋਨੋਂ ਨੰਬਰਾਂ ਦਾ ਸਮ ਤੇ ਦੋਨੋਂ ਨੰਬਰਾਂ ਦਾ ਡਿਫਰੈਂਸ ਦਿੱਤਾ ਹੋਵੇ ਤਾਂ ਇਹਦੇ ਵਿੱਚੋਂ ਅਗਰ A ਦੀ ਵੈਲਿਊ ਤੇ B ਦੀ ਵੈਲਿਊ ਕੱਢਣੀ। ਹੁਣ ਧਿਆਨ ਦਿਓ ਕਿ A ਦੀ ਵੈਲਿਊ ਜੋ ਹੈ AB ਦੇ ਵਿੱਚੋਂ ਕਿਹੜਾ ਨੰਬਰ ਵੱਡਾ ਵਾ, AB ਦੇ ਵਿੱਚੋਂ ਜੋ ਹੈ A ਨੰਬਰ ਵੱਡਾ ਵਾ। ਕਿੱਦਾਂ ਪਤਾ ਲੱਗਾ, A ਦੇ ਵਿੱਚੋਂ ਇੱਕ ਨੰਬਰ ਮਾਈਨਸ ਹੋਇਆ ਤਾਂ ਵੀ 8 ਪੋਜ਼ਿਟਿਵ ਆਂਸਰ ਆ ਗਿਆ। ਵੱਡੇ ਨੰਬਰ ਦੀ ਵੈਲਿਊ ਕੱਢਣੀ ਆ ਤਾਂ ਤੁਸੀਂ ਦੋਨਾਂ ਨੂੰ ਪਲੱਸ ਕਰਕੇ 2 ਨਾਲ ਡਿਵਾਈਡ ਕਰ ਦੇਣਾ। ਨੰਬਰ ਕਿੰਨਾ ਆ ਗਿਆ 88/2 ਕਿੰਨਾ ਆ ਗਿਆ 44। ਜੇ ਛੋਟੇ ਨੰਬਰ B ਦੀ ਵੈਲਿਊ ਕੱਢਣੀ ਹੈ ਤਾਂ ਦੋਨਾਂ ਨੂੰ ਮਾਈਨਸ ਕਰਕੇ 2 ਨਾਲ ਡਿਵਾਈਡ ਕਰਾਂਗੇ। 72 ਨੂੰ 2 ਨਾਲ ਡਿਵਾਈਡ ਕਰਾਂਗੇ ਤਾਂ 36। ਇਹ ਤੁਸੀਂ ਆਂਸਰ ਆਪਣੇ ਮਾਈਂਡ ਦੇ ਵਿੱਚ ਦਿਮਾਗ 'ਚ ਵੀ ਰੱਖ ਸਕਦੇ ਹੋ। ਹੁਣ ਉਹ ਕਹਿੰਦਾ ਕਿ ਰੇਸ਼ੋ ਦੱਸੋ ਦੋ ਨੰਬਰਾਂ ਦੀ। ਸੋ ਨੰਬਰ ਆਏ ਮੇਰੇ ਕੋਲ, ਦੇਖੋ ਇਹ 40 ਤੋਂ 4 ਜ਼ਿਆਦਾ ਵਾ, ਇਹ 40 ਤੋਂ 4 ਘੱਟ ਹੈ। 4 ਜ਼ਿਆਦਾ ਮਤਲਬ 11 ਟੇਬਲ 'ਚ ਜਾਊਂਗਾ, 4 ਘੱਟ ਮੀਨਸ 9 ਟੇਬਲ 'ਚ ਜਾਊਂਗਾ। ਸਾਡਾ ਆਂਸਰ ਹੋਊਗਾ 11/9। ਆਂਸਰ ਕੀ ਹੋਊਗਾ 11/9। ਠੀਕ ਹੈ, ਹੁਣ ਇਹਦੀ ਵੈਲਿਊਜ਼ ਹੈ ਆਪਾਂ ਅਗਲੇ ਕੁਐਸਚਨ 'ਚ ਲੈ ਕੇ ਜਾਣੀਆਂ ਵਾ। ਨੰਬਰ ਜਿਹੜੇ ਸਾਡੇ ਕੋਲ ਆਏ ਉਹ ਕਿੰਨੇ ਆਏ 44 ਤੇ 36। ਨੰਬਰ ਕੀ ਆਏ ਆ ਸਾਡੇ ਕੋਲ, ਨੰਬਰ ਸਾਡੇ ਕੋਲ ਆਏ ਹੈ 44 ਤੇ 36। ਹੁਣ ਉਹ ਕਹਿੰਦਾ ਕਿ 5 ਇਜ਼ ਐਡਡ ਟੂ ਦਾ ਈਚ ਨੰਬਰ। ਅਗਰ 5 ਨੰਬਰ ਦੋਨੋਂ ਜਗ੍ਹਾ ਤੇ ਕਹਿੰਦਾ ਮੈਂ ਐਡ ਕਰ ਦੇਵਾਂ ਤਾਂ ਕਿੰਨਾ ਹੋ ਜਾਊਗਾ, ਇਹ 49 ਹੋ ਗਿਆ ਤੇ ਇਹ ਹੋ ਗਿਆ 41। ਕਹਿੰਦਾ ਫਾਈਂਡ ਦਾ ਨਿਊ ਰੇਸ਼ੋ। ਨਿਊ ਰੇਸ਼ੋ ਕੀ ਹੋਊਗੀ 49/41। ਕਿੰਨੀ ਹੋ ਗਈ 49/41। ਠੀਕ ਹੈ ਜੀ। ਅਗੇਨ 44 ਤੇ 36 ਨੰਬਰਸ ਹੈ। A ਤੇ B ਦੀ ਵੈਲਿਊ, A ਦੀ ਵੈਲਿਊ ਕਿੰਨੀ ਹੈ 44 ਤੇ B ਦੀ ਵੈਲਿਊ ਕਿੰਨੀ ਹੈ 36। ਕਹਿੰਦਾ 5 ਇਜ਼ ਐਡਡ ਟੂ ਈਚ ਨੰਬਰ ਫਾਈਂਡ ਦਾ ਰੇਸ਼ੋ ਆਫ ਦਾ। ਕਹਿੰਦਾ ਅਗਰ ਮੈਂ 5 ਨੰਬਰ ਐਡ ਕਰਾਂ, 5 ਨੰਬਰ ਐਡ ਕਰਾਂਗੇ ਤਾਂ 49, 5 ਨੰਬਰ ਐਡ ਕਰਾਂਗੇ ਇੱਥੇ ਤਾਂ ਕਿੰਨਾ ਆ ਗਿਆ 41। ਕਹਿੰਦਾ ਫਾਈਂਡ ਦਾ ਰੇਸ਼ੋ ਸਮ ਐਂਡ ਡਿਫਰੈਂਸ ਆਫ ਨੰਬਰ। ਹੁਣ ਇਹਨਾਂ ਦੇ ਸਮ ਕਰੋ ਤੇ ਡਿਫਰੈਂਸ ਕਰੋ। ਦੇਖੋ ਅਗਰ ਮੈਂ ਸਮ ਕਰੂੰਗਾ ਤਾਂ ਕੀ ਆਊਗਾ 90, ਅਗਰ ਮੈਂ ਡਿਫਰੈਂਸ ਕਰੂੰਗਾ ਤਾਂ ਕੀ ਆਊਗਾ 8।
ਸੋ ਰੇਸ਼ੋ ਕਿੰਨੀ ਆ ਜਾਊਗੀ 45/4 ਦੀ ਰੇਸ਼ੋ ਆ ਜਾਊਗੀ। ਕੀ ਆ ਜਾਊਗੀ 45/4 ਦੀ, ਜੋ ਕਿ ਸਾਡਾ ਸੈਕੰਡ ਆਪਸ਼ਨ ਹੈ। ਕੰਪਰੀਹੈਂਸ਼ਨ ਈਜ਼ੀ ਹੈ। ਹਜੇ ਤੱਕ ਦੀ ਸ਼ਿਫਟ ਦੇ ਵਿੱਚ ਇੱਕ ਕੰਪਰੀਹੈਂਸ਼ਨ ਆਇਆ ਸੀ ਜਿਹੜਾ ਵਧੀਆ ਸੀਗਾ, ਬਾਕੀ ਸਾਰੇ ਜੋ ਹੈ ਓਕੇ ਟਾਈਪਸ ਦੇ ਸੀਗੇ। ਇਹ ਤਾਂ ਬਹੁਤ ਹੀ ਈਜ਼ੀ ਸੀਗਾ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਕਹਿੰਦਾ ਦਾ ਪ੍ਰਾਈਸ ਆਫ ਦਾ ਬੈਰਲ ਡਿਕਰੀਜ਼ਿਸ ਬਾਏ, ਕਹਿੰਦਾ ਇੱਕ ਮੰਨ ਲਓ ਆਇਲ ਹੈ, ਤੇਲ ਹੈ, ਉਹਦਾ ਪ੍ਰਾਈਸ ਜਿਹੜਾ ਵਾ ਉਹ 45% 10% ਤੇ 45% ਤੋਂ ਘਟ ਗਿਆ 3 ਮੰਥਸ ਦੇ ਵਿੱਚ, ਤੇ ਉਸ ਤੋਂ ਬਾਅਦ ਇਨਕਰੀਜ਼ ਕਰ ਗਿਆ 60% ਤੋਂ। ਅਸੀਂ ਦੱਸਣਾ ਵਾ ਕਿ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕਿੰਨੇ ਪਰਸੈਂਟ ਦਾ ਫਰਕ ਪਿਆ। ਹੁਣ ਧਿਆਨ ਦੇਖੋ, ਅਗਰ ਕੋਈ ਨੰਬਰ 45% ਤੋਂ ਡਿੱਗ ਜਾਏ ਤਾਂ ਵੈਲਿਊ 55% ਰਹਿ ਜਾਂਦੀ ਆ, ਤੇ 55% ਨੂੰ ਆਪਾਂ ਲਿਖਦੇ ਹਾਂ 11/20। ਅਸੀਂ ਪੁਰਾਣੀ ਕਲਾਸਾਂ 'ਚ ਮੈਂ ਤੁਹਾਨੂੰ ਦੱਸਿਆ ਸੀ ਕਿੱਦਾਂ ਲਿਖਣਾ ਹੁੰਦਾ। ਜਦੋਂ ਵੀ ਨੰਬਰ ਜਿੱਦਾਂ ਕਿ ਹੁਣ 55% ਨੂੰ ਕਿੱਦਾਂ ਲਿਖਦੇ ਹਾਂ ਆਪਾਂ, ਕੋਈ ਨੰਬਰ ਅਗਰ 45 ਤੋਂ ਘਟੂਗਾ ਤਾਂ 55 ਰਹਿ ਜਾਊਗਾ, ਆਪਾਂ ਦੇਖਣਾ ਰਹਿ ਕਿੰਨਾ ਗਿਆ 55। ਸੋ ਜਿਹੜਾ ਵੀ ਨੰਬਰ 5 ਦਾ ਮਲਟੀਪਲ ਹੁੰਦਾ ਵਾ ਉਹਦੀ ਜਗ੍ਹਾ ਤੇ ਹਮੇਸ਼ਾ 100 ਦੀ ਜਗ੍ਹਾ ਤੇ 20 ਆਉਂਦਾ। 5 ਦੇ ਟੇਬਲ 'ਚ ਕੱਟ ਕਰਾਂਗੇ ਤਾਂ 20, ਤੇ 5 ਦਾ ਕਿਹੜਾ ਮਲਟੀਪਲ ਹੈ 11ਵਾਂ, ਇਸ ਲਈ ਮੈਂ ਲਿਖਤਾ 11। ਅੱਗੇ ਉਹ ਕਹਿ ਰਹੇ 10% ਫਿਰ ਘਟ ਗਿਆ, 10% ਘਟ ਗਿਆ ਤਾਂ ਕਿੰਨਾ ਬਚ ਗਿਆ 90%। 90% ਨੂੰ ਅਸੀਂ ਲਿਖੀਦਾ 9/10। ਠੀਕ ਹੈ, 0 0 ਕੈਂਸਲ। ਫਿਰ 45% ਹੈ ਤਾਂ ਮੈਂ ਲਿਖ ਦੂੰਗਾ 11/। ਹੁਣ 3 ਵਾਰ ਘਟ ਗਿਆ, ਫਿਰ ਕੀ ਹੋਇਆ, ਫਿਰ ਉਹ ਕਹਿੰਦਾ ਕਿ 60% ਵੱਧ ਗਿਆ। ਕੋਈ ਨੰਬਰ ਅਗਰ 60% ਵੱਧ ਜਾਏ ਤਾਂ ਉਹ 160% ਹੋ ਜਾਂਦਾ ਵਾ। ਜਿਹੜਾ 20 ਦਾ ਮਲਟੀਪਲ ਹੁੰਦਾ ਵਾ, ਜਿਹੜਾ 20 ਦਾ ਮਲਟੀਪਲ ਹੋਵੇ ਉਹਨੂੰ ਅਸੀਂ 5 ਦੇ ਬੇਸ ਤੇ ਦੇਖਦੇ ਹਾਂ। 5 ਦੇ ਬੇਸ ਤੇ ਕੀ ਦੇਖਾਂਗੇ 8। ਦੇਖੋ 60% ਦੀ ਵੈਲਿਊ ਅਗਰ ਕਿਸੇ ਨੇ ਫ੍ਰੈਕਸ਼ਨਸ ਪਤਾ ਵਾ ਤਾਂ ਹੁੰਦੀ 3/5। 100% ਦੀ ਵੈਲਿਊ ਅਗਰ 5 ਦੇ ਕੇਸ ਦੇਖਾਂ ਤਾਂ 5/5। ਸੋ 5 ਦੇ ਬੇਸ ਦੇ ਵਿੱਚ 5 ਤੇ 3 ਕਿੰਨੇ ਹੁੰਦੇ ਆ 8। ਠੀਕ ਹੈ ਜੀ, ਚਲੋ ਇਹ ਫ੍ਰੈਕਸ਼ਨਸ ਤੁਹਾਨੂੰ ਆਉਣੀਆਂ ਬਹੁਤ ਜ਼ਰੂਰੀ ਹੈ, ਇਹਨਾਂ ਮੈਥ ਈਜ਼ੀ ਹੋ ਜਾਂਦੀ ਹੈ। ਹੁਣ ਮੇਰੇ ਕੋਲ ਨੰਬਰ ਜਿਹੜਾ ਉੱਪਰ ਵਾਲਾ ਹੈ ਇਹ ਪ੍ਰੈਜ਼ੈਂਟ ਵੈਲਿਊ ਹੈ, ਘੱਟ ਵੱਧ ਕੇ ਕਿੰਨਾ ਨੰਬਰ ਰਹਿ ਗਿਆ, ਤੇ ਇਹ ਹੈਗੀ ਹੈ ਓਰੀਜਨਲ ਵੈਲਿਊ ਨੀਚੇ ਵਾਲੀ। ਹੁਣ ਧਿਆਨ ਨਾਲ ਦੇਖੋ ਸਾਡਾ ਨੰਬਰ ਕੀ ਆਊਗਾ, ਇੱਥੇ ਦੇਖੋ ਅਗਰ ਮੈਂ ਇੱਥੇ ਲਿਖ ਦਵਾਂ 4 2s 8, 4 5s ਦਾ ਕਿੰਨਾ ਆ ਗਿਆ 20, ਇਹ 2 ਨਾਲ ਕੱਟ ਕਰਾਂਗੇ ਤਾਂ ਇੱਥੇ ਕਿੰਨਾ ਆ ਗਿਆ ਮੇਰੇ ਕੋਲ 10। ਠੀਕ ਹੈ ਜੀ, ਸੋ ਇੱਥੇ 5 × 5 25 ਤੇ 100 2500, ਨੀਚੇ ਦਾ ਕੀ ਆ ਗਿਆ 2500, ਨੀਚੇ ਨੰਬਰ ਕੀ ਆ ਗਿਆ 2500। ਨੀਚੇ ਨੰਬਰ ਨਾ ਦੇਖੋ, ਨੀਚੇ ਨੰਬਰ ਨਾ ਇੱਕ ਤਾਂ ਮੈਂ ਧਿਆਨ ਦੱਸਦਾ, ਨੀਚੇ ਨੰਬਰ ਅਗਰ 25 ਦੀ ਜਗ੍ਹਾ ਤੇ 00 ਵਾਲਾ ਬਣ ਜਾਂਦਾ, ਜਿੱਦਾਂ ਕਿ ਦੇਖੋ ਧਿਆਨ ਦਿਓ ਇਹ 20 ਹੈ ਤੇ 20 ਹੈ, ਇੱਥੇ ਕੀ ਸੀਗਾ 8 ਸੀਗਾ ਸਾਡੇ ਕੋਲ। ਠੀਕ ਹੈ, ਇੱਥੇ ਕੀ ਸੀਗਾ 8। ਹੁਣ ਧਿਆਨ ਦੇਈਏ 5 2s 10 2s 20 ਹੈ, 5 2s 10, ਇੱਕੋ ਹੀ 2 ਖਤਮ ਕਰੋ। ਜਿੱਦਾਂ ਕਿ ਇੱਥੇ ਅਗਰ ਮੰਨ ਲਓ ਮੈਂ ਲਿਖਤਾ 10 ਤੇ ਇੱਥੇ ਮੈਂ ਲਿਖ ਦੂੰਗਾ 4, ਹੋਰ ਨਾ ਕਟਿੰਗ ਕਰੋ। ਦੇਖੋ ਹੁਣ ਦੇਖੋ ਧਿਆਨ ਨਾਲ 5 2s 10, 1 0 ਇਹਦੇ ਕੋਲ, 1 0 ਇਹਦੇ ਕੋਲ, 1 0 ਇਹਦੇ ਕੋਲ, ਤਾਂ 3 0 ਮੈਂ ਲਗਾ ਦੂੰਗਾ। ਠੀਕ ਹੈ ਜੀ, ਨੀਚੇ 1 ਦੇ 100 ਨੰਬਰ ਬਣਾ ਕੇ ਰੱਖੋ। ਹੁਣ ਉੱਪਰ ਦੇਖੋ ਕੀ ਕਰ ਸਕਦੇ ਹਾਂ ਆਪਾਂ, 11 ਤੇ 11 ਕਿੰਨਾ ਹੁੰਦਾ ਵਾ 121, ਤੇ 9 × 4 ਕਿੰਨਾ ਹੁੰਦਾ ਵਾ 36। ਇਹਦੀ ਮਲਟੀਪਲਾਈ ਕਰ ਦਿਓ, 6 1s 6, 6 2s 12, ਇੱਥੇ ਆ ਗਿਆ 726, 3 1s 3, 3 2s 6, 3 1s 3, ਇੱਥੇ ਆ ਗਿਆ 6, ਇੱਥੇ 5 13, 4 3 5 6। ਹੁਣ ਨੰਬਰ ਸਾਡਾ 4 3 5 6 ਆ ਗਿਆ। ਹੁਣ ਧਿਆਨ ਨਾਲ ਦੇਖੋ, ਇਹਦਾ ਮਤਲਬ ਹੁੰਦਾ ਵਾ ਕਿ ਅਗਰ ਪਹਿਲਾ ਨੰਬਰ ਦੇਖੋ ਇੱਥੇ ਮੈਂ 2 0 ਅਗਰ ਕੱਟ ਕਰ ਦੇਵਾਂ ਤਾਂ ਮੈਂ ਇੱਥੇ ਡਾਟ ਲਗਾ ਸਕਦਾ ਵਾਂ। ਇਹ 2 0 ਅਗਰ ਮੈਂ ਖਤਮ ਕਰ ਦਿੱਤੇ ਤਾਂ ਮੈਂ ਇੱਥੇ ਡਾਟ ਲਗਾ ਸਕਦਾ। 100 ਦੇ ਪਿੱਛੇ ਕਿੰਨੇ ਪਰਸੈਂਟ ਰਹਿ ਗਿਆ, ਪਰਸੈਂਟ ਹੁੰਦਾ ਪਰ 100, 43.56। ਅਗਰ ਨੰਬਰ 100 ਸੀਗਾ ਤੇ ਹੁਣ ਕੀ ਹੈ 43 56 ਰਹਿ ਗਿਆ। ਮੈਂ ਦੱਸਣਾ ਵਾ ਕਿ ਘਟਿਆ ਕਿੰਨਾ ਵਾ। ਪਹਿਲੀ ਗੱਲ ਤਾਂ ਕੀ ਹੈ, ਨੰਬਰ ਘਟ ਗਿਆ ਵਾ ਤਾਂ ਇਨਕਰੀਜ਼ ਵਾਲੇ ਆਪਸ਼ਨ ਜਿਹੜੇ ਆ ਅਸੀਂ ਕ੍ਰਾਸ ਕਰ ਦਾਂਗੇ। ਹੁਣ ਦੇਖੋ ਧਿਆਨ ਨਾਲ ਕਿ ਘਟਿਆ 50 ਤੋਂ ਜ਼ਿਆਦਾ ਵਾ, 50 ਤੋਂ ਜ਼ਿਆਦਾ ਘਟਿਆ ਵਾ। ਅੱਛਾ 50 ਤੋਂ ਜ਼ਿਆਦਾ ਘਟਿਆ, ਕਿੰਨਾ ਘਟਿਆ ਦੇਖੋ 56 ਲਿਖਿਆ ਵਾ, ਇੱਥੇ ਵੀ ਕੀ ਲਿਖਿਆ ਵਾ 56। तो मैं देखना वा कि 100 चो अगर इनू घटावांगे तो कितना आऊँगा 44 आऊँगा। 100 चो 56 घटावांगे तो कितना आऊँगा 44, मेरा यह आंसर होगा। समझ गए गल तुसी। अगर मैं 100 दे विचों 43 ते 56 घटाऊँगा, इत्थे की है 100 ही है ना, इत्थे घटावांगे तो इत्थे मेरे को आ जाऊँगा 44। सो साडा आंसर 44 वाला आना चाहिए। ठीक है जी, लगी गल समझ। चलो लास्ट क्वेश्चन करांगे आज दी सीरीज़ दा। कह रहा है कि मर्चेंट मेक्स अ प्रॉफिट ऑफ 72% सेलिंग आर्टिकल एट सक्सेसिव। कहता कि अगर 72% का प्रॉफिट करना हो तो कॉस्ट प्राइस तो मैं इदा लिख सकता 172/100। ठीक है, यह हो गया साढ़े को देखा जाए तो यह सैलिंग प्राइस बन गया। कहता कि 72% का प्रॉफिट होया आर्टिकल आफ्टर सक्सेसिव डिस्काउंट्स ऑफ 50 एंड 51%। एक गल हो ध्यान दो, मार्कड प्राइस जो भी होवे अगर उत्ते मान लो 50% का डिस्काउंट हो गया तो बचे कितना 50% बच गया 1/2 लिखते 50 ਨੂੰ।
ਫਿਰ ਬਚੇ ਹੋਏ ਦਾ 51% ਡਿਸਕਾਊਂਟ ਹੋ ਗਿਆ ਤਾਂ ਬਚਿਆ ਕਿੰਨਾ 49% ਬਚ ਗਿਆ 49/100। ਹੁਣ ਮਾਰਕਡ ਪ੍ਰਾਈਸ ਤੇ ਜਦੋਂ ਆਪਾਂ ਡਿਸਕਾਊਂਟ ਕਰਦੇ ਹਾਂ ਉਸ ਤੋਂ ਬਾਅਦ ਕੀ ਬਚਦਾ ਵਾ ਅਸੀਂ ਦੇਖਿਆ ਬਚਿਆ ਕੀ ਹੈ ਬਚਿਆ ਕਿੰਨਾ ਵਾ ਜੋ ਬਚਦਾ ਵਾ ਸੈਲਿੰਗ ਪ੍ਰਾਈਸ ਹੁੰਦਾ ਵਾ ਠੀਕ ਹੈ ਤੁਸੀਂ ਮਾਰਕੀਟ 'ਚ ਡਿਸਕਾਊਂਟ ਲੈਣ ਜਾਂਦੇ ਹੋ ਤਾਂ ਡਿਸਕਾਊਂਟ ਹੋਣ ਤੋਂ ਬਾਅਦ ਜਿਹੜਾ ਪ੍ਰਾਈਸ ਆਉਂਦਾ ਵਾ ਉਹਦਾ ਸੈਲਿੰਗ ਪ੍ਰਾਈਸ ਹੈ ਸੋ ਮੈਂ ਇੱਥੇ ਲਿਖ ਸਕਦਾ ਅਗਰ ਇਹ ਵੀ ਸੈਲਿੰਗ ਪ੍ਰਾਈਸ ਹੈ ਤੇ ਇਹ ਵੀ ਸੈਲਿੰਗ ਪ੍ਰਾਈਸ ਹੈ ਇਜ਼ ਇਕੁਅਲ ਟੂ ਮਾਰਕਡ ਪ੍ਰਾਈਸ ਇਨਟੂ ਹਾਫ ਇਨਟੂ 49/100 ਇਹ 100 ਨੂੰ 100 ਨਾਲ ਕੈਂਸਲ ਕਰ ਦਈਏ ਹੁਣ ਦੇਖੋ ਮੈਂ ਲਿਖੂੰਗਾ ਕਾਸਟ ਪ੍ਰਾਈਸ ਅਪੋਨ ਮਾਰਕਡ ਪ੍ਰਾਈਸ ਇੱਥੇ ਲੈ ਆਏ ਹੁਣ ਇਹ ਨੰਬਰ ਉੱਪਰ ਕੀ ਲਿਖਿਆ ਹੋਇਆ ਵਾ 49 ਨੂੰ ਇੱਥੇ ਹੀ ਰਹਿਣ ਦਿਓ ਇਹਨੂੰ 2 ਨਾਲ ਮਲਟੀਪਲਾਈ ਕਰ ਦਿਓ ਇੱਥੇ ਆ ਗਿਆ 344 ਸੋ ਕਾਸਟ ਪ੍ਰਾਈਸ ਅਗਰ 49 ਵਾ ਤਾਂ ਮਾਰਕਡ ਪ੍ਰਾਈਸ ਕਿੰਨਾ ਵਾ 344 ਇਸ ਕੁਐਸਚਨ ਦਾ ਹੁਣ ਉਹ ਕੀ ਕਹਿ ਰਿਹਾ ਧਿਆਨ ਨਾਲ ਸੁਣੋ ਕਹਿੰਦਾ ਇਫ ਦਾ ਕਾਸਟ ਪ੍ਰਾਈਸ ਆਫ ਦਾ ਆਰਟੀਕਲ ਇਜ਼ ਇਨਕਰੀਜ਼ਡ ਬਾਈ 62% ਕਹਿੰਦਾ ਅਗਰ ਮੈਂ ਕਾਸਟ ਪ੍ਰਾਈਸ 62% ਤੋਂ ਵਧਾ ਦੇਵਾਂ ਕਾਸਟ ਪ੍ਰਾਈਸ ਕਿੰਨੀ ਹੈ ਕਾਸਟ ਪ੍ਰਾਈਸ ਕਿੰਨੀ ਹੈ ਸਾਡੇ ਕੋਲ ਅੱਛਾ ਇੱਕ ਗੱਲ ਦਾ ਧਿਆਨ ਰੱਖਣੀ ਹੈ ਜ਼ਿਆਦਾ ਮਲਟੀਪਲੀਕੇਸ਼ਨ ਨਹੀਂ ਕਰਾਂਗੇ ਐਂਡ ਇੱਥੇ ਮੈਂ ਇਹਨੂੰ 172 into 2 ਹੀ ਲਿਖੂੰਗਾ ਅੱਗੇ ਨਾ ਕਟਿੰਗ ਹੋ ਜਾਣੀ ਹੈ ਕਹਿੰਦਾ ਜਿਹੜਾ ਕਾਸਟ ਪ੍ਰਾਈਸ ਹੈ ਉਹਨੂੰ ਕਿੰਨਾ ਵਧਾਤਾ 62% ਤੋਂ ਸੋ ਮੈਂ ਤਾਂ ਲਿਖ ਸਕਦਾ ਵਾਂ 162/100 ਇਹ ਕਾਸਟ ਪ੍ਰਾਈਸ ਨੂੰ ਹੀ ਵਧਾਇਆ ਵਾ ਕਹਿੰਦਾ ਵਟ ਡਿਸਕਾਊਂਟ should be now he given same market price ਕਹਿੰਦਾ same market price ਤੇ same market price ਕਹਿੰਦਾ same market price ਤੇ ਹੁਣ ਮੈਂ ਕਿੰਨਾ ਡਿਸਕਾਊਂਟ ਦਵਾਂ ਤਾਂ ਜੋ ਮੈਨੂੰ ਪ੍ਰੋਫਿਟ ਪਰਸੈਂਟੇਜ ਓਨੀ ਹੋਵੇ ਪ੍ਰੋਫਿਟ ਕਿੰਨਾ ਪਰਸੈਂਟੇਜ ਦੇਖੋ ਅਗਰ 100 ਰੁਪਏ ਪ੍ਰੋਫਿਟ ਹੋ ਰਿਹਾ ਤਾਂ 100 ਰੁਪਏ ਪ੍ਰੋਫਿਟ ਨਹੀਂ ਕਹਿ ਰਿਹਾ ਜਿੰਨੇ ਪਰਸੈਂਟ ਸੀ ਉਹਨਾਂ ਕਹਿ ਰਿਹਾ ਵਾ ਪਰਸੈਂਟ ਕਿੰਨਾ ਪ੍ਰੋਫਿਟ ਹੋਇਆ ਸੀ ਸਾਨੂੰ 72% ਦਾ ਸੋ ਅਗਰ ਉਹਨੇ ਪ੍ਰਾਈਸ ਆਪਣਾ 62% ਵਧਾ ਲਿਆ ਤਾਂ ਨਵਾਂ ਕਾਸਟ ਪ੍ਰਾਈਸ ਆ ਗਿਆ ਸਾਡੇ ਕੋਲ ਆ ਵਾਲਾ ਹੁਣ ਇੱਥੇ 72% ਦਾ ਪ੍ਰੋਫਿਟ ਕਮਾਣਾ ਵਾ ਇਹਦਾ ਮਤਲਬ 172/100 ਹੁਣ ਇਸ ਕਾਸਟ ਪ੍ਰਾਈਸ ਇਹ ਹੋ ਗਿਆ ਤੁਹਾਡੇ ਦੇਖੋ ਇਹ 72% ਦਾ ਪ੍ਰੋਫਿਟ ਹੋ ਗਿਆ ਪ੍ਰੋਫਿਟ ਅਗਰ ਜੁੜ ਗਿਆ ਤਾਂ ਸੈਲਿੰਗ ਪ੍ਰਾਈਸ ਆ ਗਿਆ ਹੁਣ ਇਹ ਸਾਡੇ ਕੋਲ ਸੈਲਿੰਗ ਪ੍ਰਾਈਸ ਆ ਗਿਆ ਕਿਹੜਾ ਵਾਲਾ ਪਾਰਟ ਆਹ ਪਾਰਟ ਸੈਲਿੰਗ ਪ੍ਰਾਈਸ ਹੈ ਠੀਕ ਹੈ ਕਹਿੰਦਾ ਹੁਣ ਇੱਥੇ ਸੈਲਿੰਗ ਪ੍ਰਾਈਸ ਹੈ ਮਾਰਕਟ ਪ੍ਰਾਈਸ ਹੈ ਮੈਂ ਕਿੰਨਾ ਡਿਸਕਾਊਂਟ ਕਰਾਂ ਤਾਂ ਜੋ ਮੇਰੇ ਕੋ ਡਿਸਕਾਊਂਟ ਦੇਣਾ ਤਾਂ ਜੋ ਇਹ ਸਾਰੀ ਕੰਡੀਸ਼ਨਸ ਜਿਹੜੀਆਂ ਪੂਰੀਆਂ ਹੋ ਜਾਣ ਹੁਣ ਧਿਆਨ ਦਿਓ ਇਹ ਕਾਸਟ ਇਹ ਹੁਣ ਸਾਡੇ ਕੋਲ ਸੈਲਿੰਗ ਪ੍ਰਾਈਸ ਆ ਚੁੱਕਾ ਵਾ ਸਾਡੇ ਕੋਲ ਕੀ ਆ ਗਿਆ ਇਹਨੂੰ ਮੈਂ ਹੁਣ ਰੱਬ ਕਰਕੇ ਕਿਉਂਕਿ ਮੈਂ ਹੁਣ ਸੈਲਿੰਗ ਪ੍ਰਾਈਸ ਕੱਢਤਾ ਵਾ ਨੀਚੇ ਮਾਰਕਟ ਪ੍ਰਾਈਸ ਹੀ ਹੈ ਇੱਥੇ ਆ ਗਿਆ ਸੈਲਿੰਗ ਪ੍ਰਾਈਸ ਹੁਣ ਆਪਾਂ ਦੇਖਣਾ ਮਾਰਕਟ ਪ੍ਰਾਈਸ ਤੇ ਕਿੰਨਾ ਡਿਸਕਾਊਂਟ ਦੇਵਾਂਗੇ ਕਿ ਸੈਲਿੰਗ ਪ੍ਰਾਈਸ ਹੋ ਜਾਊਗਾ ਕੁਝ ਨਹੀਂ ਕਰਨਾ ਹੁਣ ਜੋ ਨੰਬਰ ਕੱਟ ਹੋ ਰਹੇ ਕੱਟ ਦਿਓ 172 ਨਾਲ 172 ਕੱਟ ਗਿਆ 2 ਦੇ ਨਾਲ ਕੀ ਕੱਟ ਗਿਆ ਇੱਥੇ ਆ ਗਿਆ 81 ਹੁਣ ਨਾ ਹੋਰ ਛੇੜਛਾੜ ਨਹੀਂ ਕਰਾਂਗੇ ਨੀਚੇ ਨੰਬਰ ਦੇਖੋ 0000 ਵਾਲੇ ਹੈ ਮੇਰੇ ਕੋ ਉੱਪਰ ਆ ਜਾਊਗਾ ਸੈਲਿੰਗ ਪ੍ਰਾਈਸ ਅਗਰ ਧਿਆਨ ਨਾਲ ਦੇਖੋ ਤਾਂ 81 into 49 है 9 ones are 9 9 8s are 72 4 ones are 4 and 8 4s are 32 ਇੱਥੇ ਕੀ ਆ ਗਿਆ 9 6 9 3 ਇੱਥੇ ਕਿੰਨਾ ਆ ਗਿਆ 3 9 10,000 रुपए वाली चीज़ ਨੂੰ ਆਪਾਂ 3949 ਦੀ ਵੇਚ ਰਹੇ ਜਾਂ ਮੈਂ ਕਹਿ ਰਿਹਾ ਕਿ ਅਗਰ ਮੈਂ ਇਹ ਦੋ ਨੰਬਰ ਇੱਥੋਂ ਦੀ ਹਟਾ ਦੇਵਾਂ ਤੇ ਉੱਪਰ ਇੱਥੇ ਡੈਸੀਮਲ ਆ ਜਾਊਗਾ 100 ਵਾਲੀ ਚੀਜ਼ ਅਗਰ ਮੈਂ 49 ਰੁਪਏ ਦੀ ਵੇਚ ਰਿਹਾ ਸੌਰੀ 39 ਰੁਪਏ ਦੀ ਵੇਚ ਰਿਹਾ ਵਾਂ ਤਾਂ ਮੈਂ ਡਿਸਕਾਊਂਟ ਕਿੰਨਾ ਦੇ ਰਿਹਾ ਵਾਂ ਡਿਸਕਾਊਂਟ ਮੈਂ ਦੇ ਰਿਹਾ ਵਾਂ 60 ਰੁਪਏ ਤੇ 31 ਪੈਸੇ ਇਹਨੂੰ 100 ਚੋਂ ਮਾਈਨਸ ਕਰ ਦਾਂਗੇ 60 ਰੁਪਏ 31 ਪੈਸੇ ਦਾ ਕੀ ਹੈ ਡਿਸਕਾਊਂਟ ਹੈ ਜੋ ਕਿ ਸਾਡੇ ਕੋ ਸੌਰੀ 60 ਰੁਪਏ ਹਾਂ ਠੀਕ ਹੈ 60 ਰੁਪਏ ਤੇ 30 ਪੈਸੇ 31 ਪੈਸੇ ਮੀਨਸ 60.3 ਅਪਰੋਕਸੀਮੇਟ ਆਂਸਰ ਦੇਣਾ ਵਾ ਸੋ 60.3 ਜੋ ਹੈ ਉਹ ਸਾਡਾ ਆਂਸਰ ਠੀਕ ਹੈ ਜੀ ਸੋ ਲਾਸਟ ਦੇ ਅਗਰ ਮੈਂ ਦੋ ਕੁਐਸਚਨਸ ਦੀ ਗੱਲ ਕਰਾਂ ਤੇ ਇਹਦੇ ਵਿੱਚ ਥੋੜੀ ਜੀ ਕੈਲਕੂਲੇਸ਼ਨ ਹੈ ਬਾਕੀ ਜੋ ਸਾਰਾ ਸੈੱਟ ਦੇਖਿਆ ਆਪਾਂ ਉਹ ਨਾਰਮਲ ਟਰਮਸ ਦੇ ਵਿੱਚ ਆਇਆ ਵਾ ਅਗਰ ਆਪਾਂ ਬਹੁਤ ਜ਼ਿਆਦਾ ਇੱਧਰ ਉੱਧਰ ਨਾ ਕਰੀਏ ਤਾਂ 18 17 18 ਕੁਐਸਚਨ ਜਿਹੜੇ ਆ ਈਜ਼ੀਲੀ ਤੁਹਾਡੇ ਸੋਲਵ ਹੋ ਸਕਦੇ ਆ ਇੱਦਾਂ ਹੀ 18 19 ਕੁਐਸਚਨ ਰੀਜ਼ਨਿੰਗ 'ਚ ਤੁਸੀਂ ਠੀਕ ਕਰ ਸਕਦੇ ਹੋ ਜਿਹਦੇ ਵਿੱਚ 40 ਕੁਐਸਚਨ ਜਿਹੜੇ ਆ ਕੁਆਂਟ ਦੇ ਰੀਜ਼ਨਿੰਗ ਦੇ ਉਹਦੇ ਵਿੱਚੋਂ 37 38 ਨੰਬਰ ਕਿਤੇ ਨਹੀਂ ਜਾਣੇ ਚਾਹੀਦੇ ਕਿਉਂਕਿ ਮੈਂ ਇਸ ਲਈ ਕਹਿ ਰਿਹਾ ਹਾਂ ਦੇਖੋ ਮੈਂ ਐਜ਼ ਅ ਟੀਚਰ ਹੋਣ ਦੇ ਨਾਤੇ ਨਹੀਂ ਕਹਿ ਰਿਹਾ ਮੈਂ ਸਟੂਡੈਂਟਸ ਨਾਲ ਗੱਲ ਕੀਤੀ ਸੀਗੀ ਜਿਨ੍ਹਾਂ ਦੇ 84 85 83 80 ਤੋਂ ਜ਼ਿਆਦਾ ਨੰਬਰ ਹੈ ਬਹੁਤ ਸਾਰੇ ਬੱਚਿਆਂ ਦੇ ਉਹ ਦੱਸ ਰਹੇ ਆ ਕਿ ਸਾਡੇ ਮੈਥਸ ਤੇ ਰੀਜ਼ਨਿੰਗ ਮਿਲਾ ਕੇ 40 ਦੇ ਕੋਲ ਹੀ ਨੰਬਰ ਹੈ ਕਿਸੇ ਦੇ 37 ਹੈ ਕਿਸੇ ਦੇ 38 ਹੈ ਕਿਸੇ ਦੇ 36 ਹੈ ਸੋ ਇੰਨੇ ਨੰਬਰ ਤੁਹਾਨੂੰ ਵੀ ਲੈ ਕੇ ਆਣੇ ਪਾਉਂਗੇ ਤਾਂ ਜੋ ਤੁਸੀਂ ਕੰਪੀਟ ਕਰ ਸਕੋ ਠੀਕ ਹੈ ਜੀ ਸੋ ਆਲ ਦਾ ਵੈਰੀ ਬੈਸਟ ਇਹਦੀ ਜੋ PDF ਹੈ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਊਗੀ ਜਿਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ ਠੀਕ ਹੈ ਥੈਂਕ ਯੂ